ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਪੜਾਅ ਦਰ ਪੜਾਅ ਅਸੀਂ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਸੋ ਡਾਕਟਰ ਸਾਹਿਬ, ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਕਿ ਗਲੋਬਲ ਨਿਊਜ਼ ਦਾ ਇੱਕ ਸਰਵੇਖਣ ਕਹਿ ਰਿਹਾ ਹੈ ਕਿ ਸਰਕਾਰੀ ਧਿਰ ਲਿਬਰਲ ਜਿਹੜਾ ਉਹਦਾ ਗ੍ਰਾਫ ਮੰਨਫੀ ਹੋ ਰਿਹਾ ਤੇ ਕੰਜ਼ਰਵੇਟਿਵ ਜਿਹੜੇ ਆ ਉਹ ਗੇਨ ਕਰ ਰਹੇ ਨੇ ਜੀ। ਦੇਖੋ, ਵੋਟਰਸ ਨੂੰ ਚਾਂਸ ਮਿਲਦਾ 64 ਸਾਲਾਂ ਵਿੱਚ ਇੱਕ ਵਾਰ ਵੋਟ ਪਾਉਣ ਦਾ ਜੀ, ਪਰ ਓਪੀਨੀਅਨ ਜਿਹੜੀਆਂ ਲੈਂਦੀਆਂ ਕੰਪਨੀਆਂ ਜੀ ਉਹ ਹਰ ਮਹੀਨੇ ਓਪੀਨੀਅਨ ਲੈਂਦੇ ਰਹਿੰਦੇ, ਕਿਉਂਕਿ ਸਰਕਾਰਾਂ ਵੀ ਓਪੀਨੀਅਨ ਪੁੱਲ ਕਰਾਉਂਦੀਆਂ, ਬਿਲਕੁਲ, ਮੀਡੀਆ ਵੀ ਕਰਾਉਂਦਾ ਆ, ਪਾਰਟੀਆਂ ਵੀ ਕਰਾਉਂਦੀਆਂ। ਪਾਰਟੀਆਂ ਜ਼ਿਆਦਾ ਡੀਟੇਲ ਕਰਦੀਆਂ ਜੀ। ਐਕਚੁਅਲੀ ਜਿਹੜੇ ਜ਼ਿਆਦਾ ਪੈਸੇ ਦਿੰਦੇ ਉਹ ਪਾਰਟੀਆਂ ਵਾਲੇ ਦਿੰਦੇ ਆ। ਬਿਲਕੁਲ। ਤੇ ਪਿਛਲੇ ਕੁਝ ਅਰਸੇ ਤੋਂ ਇਸ ਸਾਲ ਦੇ ਵੈਸੇ ਸ਼ੁਰੂ ਤੋਂ ਹੀ ਜੇ ਤੁਸੀਂ ਜਿੰਨੇ ਵੀ ਪੋਲਸ ਦੇਖਦੇ ਆ ਉਹਦੇ ਵਿੱਚ ਇਹ ਸੀ ਕਿ ਕੰਜ਼ਰਵੇਟਿਵ ਪਾਰਟੀ ਨੇ ਲੀਡ ਸ਼ੁਰੂ ਕਰ ਦਿੱਤੀ ਹੈ ਜੀ, ਤੇ ਲਿਬਰਲ ਪਾਰਟੀ ਦੀ ਲੀਡ ਜਿਹੜੀ ਥੱਲੇ ਨੂੰ ਹੋ ਰਹੀ ਹੈ, ਤੇ ਤੀਸਰੇ ਨੰਬਰ ਤੇ NDP ਆਬਵੀਅਸਲੀ ਜੀ। ਪਰ ਜਿਹੜੀਆਂ ਸਾਡੇ ਹੁਣ 4 ਬਾਈ ਇਲੈਕਸ਼ਨ ਹੋ ਕੇ ਹਟੀਆਂ ਜੀ, ਉਹਨਾਂ ਦੇ ਵਿੱਚ ਪਹਿਲਾਂ ਜਿਹੜੇ ਉਮੀਦਵਾਰ ਸੀ ਉਹ ਵੀ 2 ਜਗ੍ਹਾ ਤੇ ਲਿਬਰਲ ਸੀ, 2 ਜਗ੍ਹਾ ਤੇ ਕੰਜ਼ਰਵੇਟਿਵ ਸੀ ਜੀ, ਤੇ ਹੁਣ ਵੀ ਉਹੀ ਕੁਛ ਆ। ਹੁਣ ਵੀ 2 ਉਮੀਦਵਾਰ ਜਿਹੜੇ ਆ ਲਿਬਰਲ ਜਿੱਤੇ ਆ, 2 ਕੰਜ਼ਰਵੇਟਿਵ ਜਿੱਤੇ ਆ। ਪਿਛਲੇ ਸਾਲ ਇੱਕ ਇਲੈਕਸ਼ਨ ਹੋਈ ਸੀ ਟੋਰਾਂਟੋ ਦੇ ਏਰੀਆ ਵਿੱਚ, ਲੇਕ ਸ਼ੋਰ ਦੇ ਲਾਗੇ, ਉਹਦੇ ਵਿੱਚ ਵੀ ਲਿਬਰਲਸ ਜਿੱਤੇ ਆ, ਭਾਵੇਂ ਕਿ ਓਪੀਨੀਅਨ ਪੋਲ ਨੈਸ਼ਨਲ ਇਹੀ ਕਹਿ ਰਹੇ ਸੀ ਕੰਜ਼ਰਵੇਟਿਵ ਪਾਰਟੀ ਦੀ ਲੀਡ ਹੈ ਜੀ, ਕੰਜ਼ਰਵੇਟਿਵ ਪਾਰਟੀ ਦੀ ਲੀਡ ਆ। ਤਾਂ ਇਹਨਾਂ ਸਾਰੇ ਪੋਲਸ ਦੇ ਵਿੱਚੋਂ 2 ਗੱਲਾਂ ਸਾਹਮਣੇ ਆਈਆਂ ਕਿ ਇੱਕ ਤਾਂ ਕੰਜ਼ਰਵੇਟਿਵ ਪਾਰਟੀ ਦੀ ਓਵਰਆਲ ਲੀਡ ਜਿਹੜੀ ਜਿੱਦਾਂ ਓਪੀਨੀਅਨ ਪੋਲ ਦਿਖਾੜਦੇ ਉਹਦੇ ਹਿਸਾਬ ਨਾਲ ਨਹੀਂ ਵਧੀ ਜੀ। ਐਕਚੁਅਲੀ ਕੀ ਕਹਿੰਦੇ ਹੁੰਦੇ ਆ ਵੀ ਖਾਣੇ ਖੀਰ ਦਾ ਸਵਾਦ ਤਾਂ ਹੀ ਆਉਂਦਾ ਜਦੋਂ ਖਾ ਕੇ ਦੇਖੋ ਦਾ ਜੀ। ਬਿਲਕੁਲ। ਤੇ ਇਹ ਖਾਣ ਵਾਲੀ ਗੱਲ ਹੈ। ਹੁਣ ਬਾਈ ਇਲੈਕਸ਼ਨ ਨੂੰ ਦੇਖੋ ਵੀ ਜਦੋਂ ਨੈਸ਼ਨਲ ਓਪੀਨੀਅਨ ਤਾਂ ਇਸ ਤਰ੍ਹਾਂ ਲੈ ਲੈਂਦੇ ਨਾ ਵੀ ਤੁਸੀਂ ਦੱਸੋ, ਘਰ ਬੈਠਾ ਬੰਦਾ ਫੋਨ ਤੇ ਤੁਸੀਂ ਜਵਾਬ ਦੇ ਰਹੇ ਆ ਵੀ ਦੱਸੋ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੇ ਅੱਜ ਇਲੈਕਸ਼ਨ ਹੋ ਜਾਵੇ ਤਾਂ। ਤੇ ਅਗਲਾ ਜੋ ਪਤਾ ਨਹੀਂ ਸੱਚ ਬੋਲਦਾ ਜਾਂ ਝੂਠ ਬੋਲਦਾ, ਉਹ ਜੋ ਕੁਝ ਕਹਿ ਉਹ ਲਿਖ ਦਿੰਦੇ ਆ। ਬਿਲਕੁਲ। ਪਰ ਜਦੋਂ ਵੋਟ ਪਾ ਕੇ ਆਉਂਦੇ ਆ, ਹੁਣ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਜੀ, ਅਸਲੀ ਮੁੱਦਾ ਤਾਂ ਉਹ ਆ ਨਾ। ਅਸਲੀ ਮੁੱਦੇ ਦੇ ਵਿੱਚ ਆਕਸਫੋਰਡ ਵਾਲੀ ਜਿਹੜੀ ਸੀਟ ਹੈ ਅੰਟੇਰੀਓ ਚ ਖਾਸ ਤੌਰ ਤੇ, ਉੱਥੇ ਕੰਜ਼ਰਵੇਟਿਵ ਪਾਰਟੀ ਦੀ ਕਾਫੀ ਵੋਟ ਘਟੀ, ਲਿਬਰਲ ਪਾਰਟੀ ਦੀ ਵੋਟ ਵਧੀ ਸੀ। ਹੁਣ ਉਹਦੇ ਜਿਹੜੀ ਸੈਕੰਡ ਇਸ਼ੂ ਆ ਗਈ ਆ ਵੀ ਕਿ ਲਿਬਰਲ ਪਾਰਟੀ ਦੀ ਵੋਟ ਕਿਉਂ ਵਧੀ ਆ। ਸਾਡੇ ਇੱਕ ਕੈਨੇਡਾ ਦੇ ਵਿੱਚ ਥੋੜਾ ਰੁਝਾਨ ਚੱਲਿਆ ਸਟ੍ਰੈਟੇਜਿਕ ਵੋਟਿੰਗ ਦਾ, ਖਾਸ ਤੌਰ ਤੇ ਲਿਬਰਲ ਲੈਫਟ ਲੀਨਿੰਗ ਜਿਹੜੀਆਂ ਪਾਰਟੀਆਂ ਆ ਜੀ, ਉਹ ਦੇਖਦੇ ਆ ਵੀ ਜਿਹੜੇ ਵੋਟਰ, ਖਾਸ ਤੌਰ ਕੌਨਸ਼ੀਅਸ ਵੋਟਰ ਕਹਿੰਦੇ ਅਸੀਂ, ਥੋੜੇ ਜਿਹੇ ਪਰਸੈਂਟੇਜ ਹੁੰਦੀ ਹੈ ਉਹਨਾਂ ਦੀ ਜਿਹੜੇ ਸੋਚਦੇ ਵੀ ਅਸੀਂ ਰਾਈਟ ਵਿੰਗ ਨੂੰ ਨਹੀਂ ਆਉਣ ਦੇਣਾ। ਰਾਈਟ ਵਿੰਗ ਹੀ ਸਾਡੀ ਕੰਜ਼ਰਵੇਟਿਵ ਪਾਰਟੀ ਜੀ। ਪੀਅਰ ਪੋਲੀਵਰ ਨੂੰ ਨਹੀਂ ਅਸੀਂ ਪ੍ਰਾਈਮ ਮਿਨਿਸਟਰ ਬਣ ਦੇਣਾ ਜੀ। ਦੂਸਰੀਆਂ ਪਾਰਟੀਆਂ ਵਾਲੇ ਵੀ ਆ ਜਾਂਦੇ, ਜੇ ਭਾਵੇਂ ਕਿਸੇ ਨੇ ਗ੍ਰੀਨ ਪਾਰਟੀ ਨੂੰ ਪਾਉਣੀ ਹੋਵੇ, ਕਿਸੇ ਨੇ NDP ਨੂੰ ਪਾਉਣੀ ਹੋਵੇ, ਉਹ ਸੋਚਦਾ ਵੀ ਮੈਂ ਆਪਣੀ ਵੋਟ ਵੇਸਟ ਕਾਹਨੂੰ ਕਰਨੀ ਹੈ, ਬਿਲਕੁਲ, ਮੈਂ ਲਿਬਰਲ ਪਾਰਟੀ ਨੂੰ ਪਾਣਾ ਤਾਂ ਕਿ ਪੀਅਰ ਪੋਲੀਵਰ ਨਾ ਜਿੱਤ ਜੀ, ਇਹਨਾਂ ਨੂੰ ਹਰਾਉਣਾ ਜੀ। ਸੋ NDP ਨੇ ਭਾਵੇਂ ਉਹਨਾਂ ਦੇ ਜਿਹੜਾ ਉਹਨਾਂ ਨੇ ਐਗਰੀਮੈਂਟ ਕੀਤਾ ਹੈ ਲਿਬਰਲ ਪਾਰਟੀ ਨਾਲ, ਉਹਦਾ ਕਰਕੇ ਲਿਬਰਲ ਪਾਰਟੀ ਪਾਵਰ ਦੇ ਵਿੱਚ ਆ ਜੀ, ਨਹੀਂ ਤਾਂ ਮਿਨੋਰਿਟੀ ਸਰਕਾਰਾਂ ਸਾਡੇ 18 ਮਹੀਨਿਆਂ ਤੋਂ ਜ਼ਿਆਦਾ ਨਹੀਂ ਚੱਲਦੀਆਂ। ਇਹਨਾਂ ਦੀ 18 ਮਹੀਨਿਆਂ ਦੀ ਬੁਨਿਆਦ ਖਤਮ ਹੋ ਚੁੱਕੀ ਹੈ ਜੀ। ਤੇ ਇੱਥੇ ਇਲੈਕਸ਼ਨ ਹਾਲੇ ਵੀ ਹੋ ਸਕਦੀ, ਪ੍ਰਾਈਮ ਮਿਨਿਸਟਰ ਡਿਪੈਂਡ ਕਰਦਾ ਉਹਨਾਂ ਨੇ ਕਾਲ ਕਰਨੀ ਜਾਂ ਨਹੀਂ ਕਰਨੀ। ਬਿਲਕੁਲ। ਪਰ ਇਹਨਾਂ ਨੇ ਉਹਨੂੰ ਸਸਟੇਨ ਕੀਤਾ ਆ, ਉਹਦਾ ਖਮਿਆਜਾ ਇਹ ਖੁਦ ਭੁਗਤ ਰਹੇ ਐਕਚੁਅਲੀ ਜੀ।
ਹੁਣ ਪਿਛਲੀਆਂ ਜਿਹੜੀਆਂ 4 ਹੀ ਸੀਟਾਂ ਸੀ ਉਹਨਾਂ ਤੇ ਦੇਖਦੇ ਆ, ਨਜ਼ਰ ਮਾਰਦੇ ਆ ਤਾਂ ਐਨਡੀਪੀ ਦੀ ਵੋਟ ਉਹਨਾਂ ਦੇ ਵਿੱਚ ਘਟੀ ਆ ਜੀ। ਉਹ ਵੋਟ ਜਿਹੜੀ ਆ ਉਹ ਲਿਬਰਲ ਪਾਰਟੀ ਨੂੰ ਚਲ ਗਈ ਕਿਉਂਕਿ ਜਿਹੜੇ ਸਟ੍ਰੈਟੇਜਿਕ ਵੋਟਰ ਸੀ ਉਹ ਸੋਚਦੇ ਵੀ ਅਸੀਂ ਕੰਜ਼ਰਵੇਟਿਵ ਪਾਰਟੀ ਨੂੰ ਨਹੀਂ ਜਿੱਤਣ ਦੇਣਾ ਇਸ ਇਲਾਕੇ ਦੇ ਵਿੱਚੋਂ, ਇਸ ਕਰਕੇ ਭਾਵੇਂ ਅਸੀਂ ਐਨਡੀਪੀ ਵਾਲੇ ਆ ਪਰ ਫਿਰ ਵੀ ਜਿਹੜੀ ਸਾਡੀਆਂ ਜ਼ਿਆਦਾ ਪਾਲਿਸੀਜ਼ ਆ ਉਹ ਮੇਲ ਖਾਂਦੀਆਂ ਆ ਲਿਬਰਲ ਪਾਰਟੀ ਦੇ ਨਾਲ। ਉਹ ਕਹਿੰਦੇ ਵੀ ਬਿੱਲੀਆਂ ਦੀ ਲੜਾਈ 'ਚ ਬਾਂਦਰ ਦੀ ਜਿਹੜੀ ਹੈ ਫਾਇਦਾ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ ਜੀ। ਹੁਣ ਹਿੰਦੁਸਤਾਨ ਦੇ ਵਿੱਚ ਵੀ ਤੁਸੀਂ ਕਈ ਜਗ੍ਹਾ ਤੇ ਦੇਖਦੇ ਸਟ੍ਰੈਟੇਜਿਕ ਵੋਟਿੰਗ ਹੁੰਦੀ ਆ, ਕਈਆਂ ਪਾਰਟੀਆਂ ਦੇ ਵਿੱਚੋਂ ਰਲ ਕੇ ਇਕੱਠੇ ਹੋ ਜਾਂਦੇ ਆ ਵੀ ਅਸੀਂ ਬੀਜੇਪੀ ਨੂੰ ਨਹੀਂ ਜਿੱਤਣਾ, ਇਹਨਾਂ ਨੂੰ ਹਰਾਉਣਾ ਹੈ। ਬਿਲਕੁਲ। ਅਕਸਰ ਪਾਰਟੀਆਂ ਜਿਹੜੀਆਂ ਇਹੋ ਜਿਹੇ ਡੰਮੀ ਜੇ ਉਮੀਦਵਾਰ ਜਿਹੜੇ ਆ ਜਿਨ੍ਹਾਂ ਨੂੰ ਵੋਟ ਘੱਟ ਪੈਣੀ ਹੁੰਦੀ ਹੈ ਪਰ ਕਿਸੇ ਵਰਗ ਨਾਲ ਸੰਬੰਧਿਤ ਹੁੰਦੇ ਆ, ਉਹਨਾਂ ਨੂੰ ਉਹ ਖੜਾ ਕਰਦੇ ਇਸੇ ਕਰਕੇ ਵੀ ਉਹ ਉਸ ਪਾਸੇ ਨੂੰ ਉਹ ਵੋਟ ਉਨੀ ਖਿੱਚ ਕੇ ਲੈ ਜੇ, ਸਾਡਾ ਫਾਇਦਾ ਹੋ ਜਾਊ। ਲਿਬਰਲ ਪਾਰਟੀ ਦਾ ਇਹ ਆ ਵੀ ਇਹਨਾਂ ਨੂੰ ਲੈਫਟ ਲੀਨਿੰਗ ਪਾਰਟੀ ਸਮਝਿਆ ਜਾਂਦਾ, ਭਾਵੇਂ ਸੈਂਟਰਿਸਟ ਪਾਰਟੀ ਹੈ ਵੈਸੇ ਇਹ, ਪਰ ਫਿਰ ਵੀ ਲੈਫਟ ਲੀਨਿੰਗ ਜਿਹੜੀਆਂ ਪਾਰਟੀਆਂ ਆ ਜੀ, ਜਿਨ੍ਹਾਂ ਦੇ ਵਿੱਚ ਗ੍ਰੀਨ ਪਾਰਟੀ ਹੋਈ, ਐਨਡੀਪੀ ਹੋਈ ਜੀ, ਇਹ ਬਲਾਕ ਕਿਊਬਿਕਵਾ ਹੋਈ ਜੀ, ਇਹਨਾਂ ਦੇ ਜਿਹੜੇ ਵੋਟਰਸ ਆ ਉਹ ਸਮਝ ਲੈਂਦੇ ਆ ਵੀ ਜੇ ਸਾਡਾ ਕੈਂਡੀਡੇਟ ਤਾਂ ਜਿੱਤਣ ਵਾਲਾ ਹੈ ਨਹੀਂ, ਜੀ 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 ਬਿਲਕੁਲ, ਜੇ ਅਸੀਂ ਜਿਤਾਉਣਾ ਹੀ ਆ ਪ੍ਰੋਗਰੈਸਿਵ ਕੋਈ ਬੰਦਾ ਤੇ ਫਿਰ ਅਸੀਂ ਆਪਣੀ ਪਾਰਟੀ ਨੂੰ ਛੱਡ ਕੇ ਲਿਬਰਲ ਪਾਰਟੀ ਨੂੰ ਵੋਟ ਪਾ ਦਈਏ। ਬਿਲਕੁਲ ਬਿਲਕੁਲ। ਉਹਦਾ ਖਤਰਾ ਹੁਣ ਜਿਹੜੀਆਂ ਆਹ ਪੋਲ ਆ ਰਹੇ ਆ ਸਾਡੇ ਸਾਹਮਣੇ ਨਾ, ਇਹ ਆਹ ਚੀਜ਼ ਲੁਕੋ ਕੇ ਬੈਠੇ ਆ ਕਿ ਜਿਹੜੀ ਸਟ੍ਰੈਟੇਜਿਕ ਵੋਟਿੰਗ ਆ ਉਹ ਅਗਲੀਆਂ ਇਲੈਕਸ਼ਨ ਦੇ ਵਿੱਚ ਕਿੱਦਾਂ ਹੋਣੀ ਹੈ। ਜੇ ਆਹ ਰੁਝਾਨ ਚੱਲਦਾ ਹੀ ਰਹਿੰਦਾ ਆ ਫਿਰ ਅਗਲੀਆਂ ਇਲੈਕਸ਼ਨ ਦੇ ਵਿੱਚ ਐਨਡੀਪੀ ਨੂੰ ਤਾਂ ਖਤਰਾ ਹੈ ਹੀ ਹੈ। ਖਤਰਾ ਹੈ ਬਿਲਕੁਲ, ਕਿਉਂਕਿ ਉਹਨਾਂ ਦੀਆਂ ਵੋਟਾਂ ਜਿਹੜੀਆਂ ਆ ਉਹ ਚੱਲ ਜਾਣੀਆਂ ਲਿਬਰਲ ਪਾਰਟੀ ਦੇ ਕੋਲ ਜੀ, ਉਹਨਾਂ ਦੀ ਘਟਣੀਆਂ ਇਹਨਾਂ ਦੀਆਂ ਵਧ ਜਾਣੀਆਂ ਜੀ ਜੀ। ਉਹ ਕਿੰਨੀਆਂ ਕੁ ਵਧਦੀਆਂ ਆ, ਕੀ ਉਹ ਫਿਰ ਇੱਕ ਵਾਰੀ ਜਿੱਤ ਜਾਣਗੇ? ਇਹ ਸਵਾਲੀਆ ਚਿੰਨ੍ਹ ਸਮੇਂ ਦੇ ਗਰਭ ਚ ਗੱਲ ਹੈ। ਤੇ ਉਸ ਵੇਲੇ ਕੈਂਪੇਨ ਕਿੱਦਾਂ ਚੱਲਣਾ, ਕਿਹੜੀਆਂ ਇਸ਼ੂਜ਼ ਸਾਹਮਣੇ ਆਈਆਂ, ਕਿਹੜੇ ਸਕੈਂਡਲ ਸਾਹਮਣੇ ਆ ਜਾਏ। ਬਿਲਕੁਲ। ਕਈ ਵਾਰੀ ਇਲੈਕਸ਼ਨ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਬਦਲ ਜਾਂਦੀ, ਬਿਲਕੁਲ, ਕੋਈ ਨਾ ਕੋਈ ਸਕੈਂਡਲ ਆ ਜਾਂਦਾ, ਕੋਈ ਨਾ ਕੋਈ ਗੱਲ ਸਾਹਮਣੇ ਆ ਜਾਂਦੀ। ਜਿਹੜੀ ਪਾਰਟੀ ਲੀਡ ਕਰਦੀ ਹੁੰਦੀ ਆ ਉਹਨਾਂ ਦੇ ਕੋਈ ਨਾ ਕੋਈ ਕੈਂਡੀਡੇਟ ਕੁਝ ਕਹਿ ਦਿੰਦਾ ਹੈ, ਇਸ ਕਰਕੇ ਬਹੁਤ ਕੰਟਰੋਲ ਰੱਖਦੇ ਆ। ਈਵਨ 338 ਕੈਂਡੀਡੇਟ ਆ, 338 ਦੇ ਇੰਨਾ ਕੰਟਰੋਲ ਹੁੰਦਾ ਵੀ ਤੁਸੀਂ ਕੁਝ ਕਹਿਣਾ ਨਹੀਂ। ਪਾਰਟੀ ਦੀ ਜਿਹੜੀ ਵਾਰ ਰੂਮ ਰੱਖੀ ਹੈ ਨਾ, ਉਹ ਦੇਖਦੇ ਰਹਿੰਦੇ ਵੀ ਤੂੰ ਫਲਾਣੇ ਥਾਂ ਤੇ ਕੋਈ ਗੱਲ ਕਹਿ ਕੇ ਆਇਆ, ਕਿਉਂ ਕਹਿ ਕੇ ਆਇਆ, ਇੰਨਾ ਮੋਨੀਟਰ ਕਰਦੇ ਆ। ਬਿਲਕੁਲ। ਤੇ ਉਹ ਇਸ ਕਰਕੇ ਕਰਦੇ ਆ ਕਿ ਕੱਲੇ ਕੈਂਡੀਡੇਟ ਨੇ ਜੇ ਕੁਝ ਕਹਿਤਾ ਉਹਦਾ ਅਸਰ ਅੱਜ ਕੱਲ ਸਾਰੇ ਕੈਨੇਡਾ ਤੇ ਹੁੰਦਾ। ਉਹ ਪਾਰਟੀ ਦੇ ਖਾਤੇ ਪੈ ਜਾਣੀ ਗੱਲ, ਉਹ ਪਾਰਟੀ ਦੇ ਉਹਨੇ ਕਹਿਣਾ ਇਹ ਬੰਦੇ ਨੇ ਸੱਚ ਬੋਲਤਾ, ਬਾਕੀ ਦੇ ਬੋਲਦੇ ਨਹੀਂ। ਬਿਲਕੁਲ। ਅੰਦਰੋਂ ਗੱਲ ਸਾਹਮਣੇ ਆ ਗਈ ਹੈ। ਬਿਲਕੁਲ। ਸੋ ਅਗਲੀ ਇਲੈਕਸ਼ਨ 'ਚ ਕੀ ਹੋਣਾ ਕੀ ਨਹੀਂ, ਇਸ ਪੋਲ ਦੇ ਬੇਸ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੰਜ਼ਰਵੇਟਿਵ ਪਾਰਟੀ ਜਿੱਤ ਜਾਊਗੀ, ਪਰ ਜੇ ਇਸ ਤਰ੍ਹਾਂ ਦਾ ਰੁਝਾਨ ਸਾਹਮਣੇ ਆਉਂਦਾ ਰਿਹਾ ਤਾਂ ਲਿਬਰਲ ਪਾਰਟੀ ਦੇ ਸਕੈਂਡਲ ਵਧੀ ਗਏ। ਈਵਨ ਸਟ੍ਰੈਟੇਜਿਕ ਵੋਟਿੰਗ ਦੇ ਨਾਲ ਵੀ ਉਹਨਾਂ ਦਾ ਮੈਜੋਰਟੀ ਤਾਂ ਅੱਗੇ ਵੀ ਨਹੀਂ ਸੀ ਬਣੀ, ਫਿਰ ਵੀ ਜ਼ਿਆਦਾ ਸੀਟਾਂ ਜਿੱਤਣੀਆਂ ਮੁਸ਼ਕਲ ਹੋ ਜਾਣੀਆਂ ਕਿਉਂਕਿ ਲੋਕਾਂ ਦੇ ਵਿੱਚ ਐਂਗਰ ਤਾਂ ਹੈ ਜੀ, ਪ੍ਰਾਈਮ ਮਿਨਿਸਟਰ ਦੇ ਖਿਲਾਫ ਹੈਗਾ, ਲਿਬਰਲ ਸਰਕਾਰ ਦੇ ਖਿਲਾਫ ਹੈਗਾ। ਕੀ ਉਹ ਐਂਗਰ ਅਗਲੀ ਇਲੈਕਸ਼ਨ ਤਾਈਂ ਜਾਰੀ ਰਹੂਗਾ ਜਾਂ ਨਹੀਂ ਗਾ? ਹਾਂ ਬਿਲਕੁਲ। ਤੇ ਉਹ ਕਈ ਅਜੇ ਵੀ ਬਹੁਤ ਸਿਨੈਰੀਓ ਬਦਲ ਸਕਦੇ ਆ, ਪਰ ਕਿੱਦਾਂ ਇੱਕ ਤਾਂ ਵੱਡੀ ਗੱਲ ਆ ਰਹੀ ਹੈ ਹੁਣ, ਇਕਨੋਮਿਸਟ ਕਮ ਸੇ ਕਮ ਕੈਨੇਡਾ ਦੇ ਕਹਿ ਰਹੇ, ਜਿਹੜੇ ਲੀਡਿੰਗ ਇਕਨੋਮਿਸਟ ਆ ਜੀ, ਉਹ ਕਹਿੰਦੇ ਕਿ ਸਾਡੇ ਰਿਸੈਸ਼ਨ ਆਉਣ ਵਾਲਾ ਹੈ। ਅਜੇ ਤਾਈਂ ਤਾਂ ਨਹੀਂ ਆਇਆ, ਪਹਿਲਾਂ ਕਹਿੰਦੇ ਸੀ ਜੀ ਇਸ ਸਾਲ ਦੇ ਸ਼ੁਰੂ ਚ ਆ ਜਾਣਾ, ਇਸ ਸਾਲ ਦੇ ਮਿਡਲ ਚ ਆ ਜਾਣਾ। ਖਰਿਆ ਆਉਣਾ ਕਿ ਨਹੀਂ ਆਉਣਾ ਇਹ ਵੀ ਬਿੱਲੀਆਂ ਵਾਲੀ ਗੱਲ ਹੀ ਆ ਵੀ ਇਹਨੇ ਆਉਣਾ ਕਿ ਨਹੀਂ ਆਉਣਾ, ਦੁੱਧ ਨੂੰ ਮੂੰਹ ਲਾ ਜਾਊਗੀ। ਪਰ ਅਸਾਰ ਬਣਦੇ ਆ ਰਹੇ ਆ ਕਿਉਂਕਿ ਜਦੋਂ ਇੰਟਰਸਟ ਰੇਟ ਜ਼ਿਆਦਾ ਵਧੀ ਜਾਂਦੇ ਆ, ਲੋਕਾਂ ਦੀ ਕੈਪੈਸਿਟੀ ਟੂ ਬਾਏ ਉਹਦੇ ਘਟੀ ਜਾਂਦੀ ਹੈ ਜੀ, ਤੇ ਜੇ ਫੈਕਟਰੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ, ਮੈਨੂਫੈਕਚਰਿੰਗ ਬੰਦ ਸ਼ੁਰੂ ਹੋ ਗਈ, ਲੋਕਾਂ ਦੀ ਪਰਚੇਸਿੰਗ ਪਾਵਰ ਘਟੀ ਜੀ, ਤਾਂ ਉਹ ਫਿਰ ਉਹਦੇ ਨਾਲ ਰਿਸੈਸ਼ਨ ਆ ਜਾਂਦਾ। ਰਿਸੈਸ਼ਨ ਦੇ ਵਿੱਚ ਕੋਈ ਵੀ ਗਵਰਨਿੰਗ ਪਾਰਟੀ ਨਹੀਂ ਜਿੱਤਦੀ ਹੁੰਦੀ। ਰੀਗਨ ਦਾ ਇੱਕ ਸਟ੍ਰੈਟੇਜਿਕ ਐਡਵਾਈਜ਼ਰ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਇਟਸ ਇਕਨੋਮੀ ਸਟੂਪਿਡ, ਕਹਿੰਦਾ ਹੋਰ ਕੁਝ ਦੇਖਣ ਦੀ ਲੋੜ ਨਹੀਂ ਆ, ਇਹ ਦੇਖੋ ਵੀ ਇਕਨੋਮੀ 'ਚ ਕੀ ਹੋ ਰਿਹਾ। ਜਿਸ ਵੇਲੇ ਰੀਗਨ ਜਿੱਤਿਆ ਸੀ 1980 ਦੇ ਵਿੱਚ, ਉਸ ਵੇਲੇ ਇਕਨੋਮੀ ਦਾ ਇੰਨਾ ਬੁਰਾ ਹਾਲ ਸੀ, ਇੰਨਾ ਇਨਫਲੇਸ਼ਨ ਹਾਈ ਸੀ, ਉਹ ਕਹਿੰਦਾ ਵੀ ਕੋਈ ਵੀ ਪ੍ਰੈਜ਼ੀਡੈਂਟ ਜਿੱਤ ਨਹੀਂ ਸਕਦਾ
ਕਾਰਟਰ ਭਾਵੇਂ ਲੱਖ ਚੰਗਾ ਹੋਵੇ ਜੀ ਲੋਕਾਂ ਨੇ ਹਰਾਉਣਾ ਹੀ ਹਰਾਉਣਾ। ਇਸ ਕਰਕੇ ਹਰਾਉਣਾ ਕਿ ਇਕਨੋਮੀ ਮਾੜੀ ਹੈ। ਜਿਹੜਾ ਬੰਦੇ ਦੀ ਜੌਬ ਜਾਂਦੀ ਲੱਗੇ ਨਾ, ਘਰ ਦੇ ਵਿੱਚ ਦਾਣੇ ਨਾ ਹੋਣ, ਉਹਨੂੰ ਫੇਰ ਸਰਕਾਰ ਨਹੀਂ ਚੰਗੀ ਲੱਗਦੀ। ਉਹ ਇਹੀ ਦੇਖਦਾ ਵੀ ਇਹਦੀ ਆਪੋਜੀਸ਼ਨ ਕਿਹੜੀ ਕਰਦਾ ਹੈ। ਬਿਲਕੁਲ ਸਰਕਾਰ ਦਾ ਭਾਵੇਂ ਰੋਲ ਹੋਵੇ ਚਾਹੇ ਨਾ ਹੋਵੇ, ਬਿਲਕੁਲ, ਪਰ ਉਹਦੇ ਖਿਲਾਫ ਵੋਟ ਜ਼ਰੂਰ ਪਾਉਂਦੇ, ਖਿਲਾਫ ਪਾਉਂਦੇ ਨੇ। ਅਗਲੇ ਤੋਂ ਉਮੀਦਾਂ ਕਰਦੇ ਨੇ ਵੀ ਸ਼ਾਇਦ ਉਹ ਸੁਧਾਰ ਦੂਗਾ ਆ ਕੇ। ਉਹ ਵੀ ਉਮੀਦ ਹੀ ਹੁੰਦੀ ਹੈ ਵੈਸੇ। ਅਸੀਂ ਜਿੱਦਾਂ ਪੰਜਾਬ ਦੇ ਵਿੱਚ ਲਾਈਆਂ ਸੀ। ਸਹੀ ਗੱਲ ਹੈ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। 1965 ਫਲਾਈਟਾਂ 'ਚ ਦੇਰੀ ਜਾਂ ਰੱਦ ਹੋਣ ਦੇ ਮੁਕਾਬਲੇ ਵੈਸਟਜੈਟ ਤੇ 에ਅਰ ਟ੍ਰਾਂਜ਼ਿਟ ਤੇ ਫਲੇਅਰ ਜਿਹੜੀ ਹੈ ਉਹਦੇ ਅੰਕੜੇ ਦੱਸਦੇ ਆ ਕਿ ਬਹੁਤ ਘੱਟ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਅਸਰ ਹੋਇਆ ਸੀਗਾ। ਸੱਚ ਕੀ ਹੈ? 에ਅਰ ਕੈਨੇਡਾ ਦੀਆਂ ਇਹ ਤਕਰੀਬਨ 2000 ਫਲਾਈਟਸ ਆ ਲੌਂਗ ਵੀਕਐਂਡ ਸੀ ਨਾ ਜੀ। ਲੌਂਗ ਵੀਕਐਂਡ ਤੇ ਲੋਕੀ ਜ਼ਿਆਦਾ ਟਰੈਵਲ ਕਰਦੇ ਆ ਜੀ। ਛੁੱਟੀਆਂ ਹੋਈਆਂ ਬੱਚਿਆਂ ਨੂੰ ਜ਼ਿਆਦਾ ਟਰੈਵਲ ਹੁੰਦਾ। ਤਕਰੀਬਨ 2000 ਫਲਾਈਟਸ ਜਿਹੜੀਆਂ ਜਾਂ ਡਿਲੇ ਹੋਈਆਂ ਜਾਂ ਕੈਂਸਲ ਹੋਈਆਂ। ਹੁਣੇ ਜਾਏ ਇੱਕ ਪੈਸੇਂਜਰ ਬਿੱਲ ਆਫ ਰਾਈਟਸ ਜੀ, ਉਹਨੂੰ ਅਮੈਂਡ ਕਰਕੇ ਹਟਿਆ। ਪਹਿਲਾਂ ਉਹਨੂੰ ਪਾਸ ਕਰਨ ਲੱਗੇ ਵੀ ਏਦਾਂ ਸੀ ਵੀ ਕੰਜ਼ਿਊਮਰਜ਼ ਦੀ ਡਿਮਾਂਡ ਹੋਰ ਸੀ, ਮਿਨਿਸਟਰੀ ਵਾਲੇ ਹੋਰ ਦੇ ਰਹੇ ਸੀ। ਹੁਣ ਕਹਿੰਦੇ ਅਸੀਂ ਹੁਣ ਟਫ ਕਰਨ ਲੱਗੇ ਜੀ, ਬਹਾਨਾ ਬਣਾਉਂਦੀਆਂ ਰਹਿੰਦੀਆਂ 에ਅਰਲਾਈਨਸ, ਤੁਹਾਡੀ ਸੀਟ ਕੈਂਸਲ ਕਰ ਦਿੰਦੀਆਂ। ਬੁੱਕ ਤੁਸੀਂ ਕਰਾਈ ਹੁੰਦੀ 3 ਮਹੀਨਿਆਂ ਦੀ, ਉੱਥੇ 에ਅਰਪੋਰਟ ਤੇ ਜਾਂਦੇ ਹੋ ਉਦੋਂ ਹੀ ਕੈਂਸਲ ਕਰ ਦਿੰਦੇ, ਕੋਈ ਕੰਪਨਸੇਸ਼ਨ ਨਹੀਂ ਦਿੰਦੇ, ਕੋਈ ਪੈਸੇ ਨਹੀਂ ਮੋੜਦੇ, ਖੱਜਲ ਖੁਆਰ ਕਰਦੇ ਆ। ਫਿਰ ਉਹ ਡਿਲੇ ਕਰੀ ਜਾਂਦੇ ਉੱਥੇ ਬੈਠੇ। ਉਹਨਾਂ ਦੇ ਤੁਸੀਂ ਯੂਰਪੀਅਨ ਯੂਨੀਅਨ ਦੇ ਜਿਹੜੀ ਅੰਡਰ ਆਉਂਦੀਆਂ ਫਲਾਈਟਸ ਨਾ ਜੀ, ਉੱਥੇ ਜਾ ਕੇ ਦੇਖੋ, ਜੇ ਡਿਲੇ ਕਰਦੇ ਉਹਨਾਂ ਨੇ ਘੰਟਿਆਂ ਦਾ ਦੱਸਿਆ। ਯੂਰਪੀਅਨ ਯੂਨੀਅਨ ਦੀ ਫਲਾਈਟ ਜਿਹੜਾ ਪੈਸੇਂਜਰ ਬਿੱਲ ਆਫ ਰਾਈਟਸ ਵੀ ਇੰਨੇ ਘੰਟੇ ਲੇਟ ਹੋਈ ਤਾਂ ਇੰਨੇ ਪੈਸੇ ਦੇਣੇ ਪੈਣੇ ਆ, ਇੰਨੇ ਘੰਟੇ ਲੇਟ ਹੋਈ ਤਾਂ ਇੰਨੇ ਦੇਣੇ ਪੈਣੇ ਆ। ਫਿਰ ਉਹਨਾਂ ਨੇ ਦੱਸਿਆ ਵੀ ਇਦੋਂ ਬਾਅਦ ਹੋਟਲ ਦੇਣਾ ਪੈਣਾ, ਇਹਦੇ ਪੈਸੇ ਦੇਣੇ ਪੈਣੇ। ਤੇ ਜੇ ਇਹਨਾਂ ਦੇ ਕੋਲ ਕੋਈ ਰੀਜ਼ਨ ਨਹੀਂ ਤੁਹਾਡਾ ਕੈਂਸਲ ਕਰਨ ਦਾ, ਤਾਂ ਫਿਰ ਤੁਹਾਡਾ ਕਿਰਾਇਆ ਸਾਰਾ ਹੀ ਮੋੜਨਾ ਪੈਣਾ ਜੀ। ਤੇ ਉਹਨਾਂ ਨੂੰ ਪਨਿਸ਼ਮੈਂਟ ਦੇ ਤੌਰ ਤੇ ਵੀ ਲਾਇਆ ਹੈ ਉਹਨਾਂ ਨੇ ਕਿ ਇੰਨੇ ਪੈਸੇ ਇਹਨਾਂ ਨੂੰ ਕੰਪਨਸੇਸ਼ਨ ਦਿਓ ਨਾ ਜੀ। ਤੇ ਵੈਸੇ ਉਹਨਾਂ ਦਾ ਇੱਕ ਆਈਡੀਅਲ ਆ ਜੀ। ਜੇ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਇਹ ਮੰਗ ਕਰਦੇ ਸੀ ਕੰਜ਼ਿਊਮਰਸ ਗਰੁੱਪਸ ਜੀ ਵੀ ਤੁਸੀਂ ਜਿਹੜਾ ਯੂਰਪੀਅਨ ਯੂਨੀਅਨ ਨੇ ਰੈਗੂਲੇਸ਼ਨ ਲੈ ਕੇ ਆਂਦਾ ਹੈ ਤਾਂ ਉਹ ਲਾਗੂ ਕਰੋ, ਤਾਂ ਕਿ 에ਅਰਲਾਈਨਸ ਨੂੰ ਪਤਾ ਲੱਗ ਜਾਵੇ ਵੀ ਤੁਸੀਂ ਐਵੇਂ ਹੀ ਲਾਸਟ ਮੋਮੈਂਟ ਤੇ ਜਾ ਕੇ ਅਨਾਉਂਸਮੈਂਟ ਕਰ ਦੇਣਗੇ ਜੀ ਫਲਾਈਟ ਅੱਧਾ ਘੰਟਾ ਡਿਲੇ ਹੋ ਗਈ ਹੈ। ਅੱਧਾ ਘੰਟਾ ਸਿਰਫ ਇਹ ਕਰਕੇ ਕਹਿੰਦੇ ਹੁੰਦੇ ਆ ਵੀ ਗੁੱਸੇ ਨਾ ਹੋ ਜਾਣ ਲੋਕੀ। ਜਦੋਂ ਅੱਧਾ ਘੰਟਾ ਹੋ ਗਿਆ ਉਦੋਂ ਬਾਅਦ ਫੇਰ ਕਹਿਣਾ ਅੱਧਾ ਘੰਟਾ ਲੇਟ ਹੋ ਗਈ ਹੈ, ਫੇਰ ਕਹਿਣਗੇ ਅੱਧੇ ਮਤਲਬ ਇਹਨਾਂ ਨੂੰ ਖੁੱਲੀ ਛੁੱਟੀ ਤੁਸੀਂ ਦਿੱਤੀ ਆ ਜੀ। ਇੱਕ ਗੱਲ ਤੇ ਅੜ ਗਏ 에ਅਰਲਾਈਨਸ ਵਾਲੇ ਕਿ ਜਦੋਂ ਹਮੇਸ਼ਾ ਹੀ ਇਹ ਗੱਲ ਕਰਦੇ ਆ ਕਿ ਸਾਡੀ ਫਲਾਈਟ ਡਿਲੇ ਹੋ ਗਈ ਆ, ਤੇ ਇਹ ਐਕਸਕਿਊਜ਼ ਵਰਤਦੇ ਆ ਕਿ ਸਾਡੇ ਟੈਕਨੀਕਲ ਇਸ਼ੂਜ਼ ਆ ਗਏ। ਟੈਕਨੀਕਲ ਇਸ਼ੂਜ਼ ਆ ਗਏ। ਹੁਣ ਜਿਹੜੇ ਅਸੀਂ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਐਰੋਨੌਟਿਕਲ ਇੰਜੀਨੀਅਰ ਨਹੀਂ ਆ ਵੀ ਟੈਕਨੀਕਲ ਇਸ਼ੂ ਕਿਹੜੀ ਆ ਗਈ ਹੈ। ਬਿਲਕੁਲ, ਇਹ ਸ਼ਬਦ ਬਸ ਇਹੀ ਵਰਤਦੇ ਆ, ਟੈਕਨੀਕਲ ਇਸ਼ੂ ਆ ਗਈ। ਵੈਸੇ ਤਾਂ ਜਦੋਂ ਤੁਸੀਂ ਆਪਣੀ ਫਲਾਈਟ ਬੁੱਕ ਕੀਤੀ ਆ, ਪਲੇਨ ਲਿਆ ਕੇ ਖੜਾ ਕਰ ਲਿਆ ਆ, ਟੈਕਨੀਕਲ ਤੁਸੀਂ ਉਹਨੂੰ ਪਹਿਲਾਂ ਚੈੱਕ ਕਰਕੇ ਲਿਆਂਦਾ ਹੋਣਾ। ਬਿਲਕੁਲ ਬਿਲਕੁਲ। ਯੂਰਪੀਅਨ ਯੂਨੀਅਨ ਵਾਲੇ ਜਦੋਂ ਉਹ ਵੀ ਇਹੀ ਪੈਸੇਂਜਰਸ ਨੂੰ 에ਅਰਲਾਈਨਸ ਉਹਨਾਂ ਨੂੰ ਵੀ ਇਹੀ ਕਹਿੰਦੀਆਂ ਸੀ। ਬਿਲਕੁਲ, ਉਹਨਾਂ ਦੇ ਰੈਗੂਲੇਟਰਸ ਨੂੰ ਵੀ ਸਾਨੂੰ ਟੈਕਨੀਕਲ ਇਸ਼ੂਜ਼ ਆ ਨਹੀਂ। ਉਹਨਾਂ ਦੇ ਵਿੱਚੋਂ ਇੱਕ ਯੂਰਪੀਅਨ ਯੂਨੀਅਨ ਦਾ MP ਸੀ, ਉਹ ਕਹਿੰਦਾ ਵੀ ਜਿਹੜਾ ਇੱਕ ਪਲੇਨ ਤੁਸੀਂ ਚੈੱਕ ਕਰਕੇ ਗੇਟ ਤੇ ਲੈ ਆਂਦਾ, ਪਹਿਲਾਂ ਚੈੱਕ ਹੀ ਕਰਕੇ ਲਿਆਂਦਾ ਹੁਣ। ਤੁਸੀਂ ਇਦਾਂ ਤਾਂ ਲੈ ਨਹੀਂ ਆਂਦਾ ਵੀ ਧੱਕਾ ਲਾ ਕੇ ਇੱਥੇ ਖੜਾ ਕਰ ਦਿੰਦਾ। ਬਿਲਕੁਲ, ਬੰਦਿਆਂ ਨੂੰ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਫਲਾਈਟ ਲੈ ਕੇ ਜਾਣਾ, ਉਦੋਂ ਬਾਅਦ ਤੁਹਾਨੂੰ ਚੇਤਾ ਆਉਂਦਾ ਵੀ ਟੈਕਨੀਕਲ ਇਸ਼ੂ ਆ ਗਈ ਆ, ਟੈਕਨੀਕਲ ਇਸ਼ੂ ਆ ਗਈ। ਇਹ ਤਾਂ ਮੇਰੀ ਸਮਝ ਤੋਂ ਬਾਹਰ ਆ। ਇਹ ਬਹਾਨਾ ਆ, ਅਸੀਂ ਬਹਾਨਾ ਨਹੀਂ ਚੱਲਣ ਦੇਣਾ। ਪਰ ਕੈਨੇਡਾ ਦੇ ਵਿੱਚ ਉਹ ਗੱਲ ਚੱਲੀ ਨਹੀਂ ਜੀ। ਇਹਨਾਂ ਦੇ ਸਾਰੇ ਇੱਕ ਜਿਹੜੇ ਪੋਲੀਟੀਸ਼ੀਅਨ ਆ ਸਾਡੇ, ਖਾਸ ਤੌਰ ਤੇ ਮੰਤਰੀ ਆ, ਉਹਨਾਂ ਨੂੰ ਹੁੰਦਾ ਹੈ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਇਹਨਾਂ ਦੇ ਬੋਰਡ ਆਫ ਡਾਇਰੈਕਟਰਸ ਤੇ ਅਸੀਂ ਲੱਗਣਾ ਹੈ, ਜਿੱਥੇ ਮਿਲੀਅਨਸ ਆਫ ਡਾਲਰਸ ਮਿਲਣੇ ਆ। ਹੁਣ ਤਾਂ 2.5 ਲੱਖ ਤਨਖਾਹ ਆ, ਉਦੋਂ ਬਾਅਦ 에ਅਰ ਕੈਨੇਡਾ ਵਾਲੇ ਦੇਣਗੇ ਇਹਨਾਂ ਨੂੰ 5 ਮਿਲੀਅਨ ਜੀ, 7 ਮਿਲੀਅਨ ਦੇਣਗੇ, ਸਾਰੀ ਉਮਰ ਦੀ ਰੋਟੀਆਂ ਉਹਨਾਂ ਦੀ। ਬਿਲਕੁਲ ਬਿਲਕੁਲ। ਤੇ ਇਸ ਕਰਕੇ 에ਅਰ ਕੈਨੇਡਾ ਨੂੰ ਡਿਫੈਂਡ ਕਰਨਗੇ, ਤੁਹਾਨੂੰ ਨਹੀਂ ਡਿਫੈਂਡ ਕਰਨਗੇ। ਬਿਲਕੁਲ, ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ
ਇਹ ਕੰਪਨੀਆਂ ਦੇ ਹੱਕ ਦੇ ਵਿੱਚ ਕਿਉਂ ਬੋਲਦੇ ਆ? ਕੰਪਨੀਆਂ ਦੇ ਹੱਕ 'ਚ ਇਸ ਕਰਕੇ ਬੋਲਦੇ ਆ, ਜਿੰਨੇ ਹੀ ਰਿਟਾਇਰਡ ਪੋਲੀਟੀਸ਼ੀਅਨ ਜਿਹੜੇ ਵੱਡੇ ਵੱਡੇ ਅਹੁਦਿਆਂ ਤੋਂ, ਮੈਂ ਛੋਟਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਐਮਪੀ ਤੁਰੇ ਫਿਰਦੇ ਇੱਥੋਂ, ਜੀ ਵੱਡੇ ਵੱਡੇ ਜਿਹੜੇ ਮੰਤਰੀ ਆ, ਪ੍ਰਧਾਨ ਮੰਤਰੀ ਆ, ਇਹਨਾਂ ਦੀ ਹਿਸਟਰੀ ਪੜ੍ਹ ਕੇ ਉਦੋਂ ਬਾਅਦ ਦੇਖੋ ਵੀ ਕਿਹੜੀ ਕਿਹੜੀ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਤੇ ਬੈਠੇ ਆ। ਫੇਰ ਤੁਹਾਨੂੰ ਪਤਾ ਲੱਗਦਾ ਵੀ ਇਹ ਜਦੋਂ ਆਪਣੀ ਪਾਵਰ 'ਚ ਰਹੇ ਆ ਉਹਨਾਂ ਨੂੰ ਡਿਫੈਂਡ ਕਰਦੇ ਰਹੇ। ਤੇ ਇਹਨਾਂ ਨੇ ਪਿੱਛੇ ਜੇ ਅਮੈਂਡਮੈਂਟ ਵੀ ਕੀਤੀ ਆ, ਤਾਂ ਅਜੇ ਤੱਕ ਇਹ ਯੂਰਪੀਅਨ ਯੂਨੀਅਨ ਵਾਲਾ ਸਟੈਂਡਰਡ ਨਹੀਂ ਆ ਸਕੇ ਜੀ। 2000 ਫਲਾਈਟਾਂ ਦੇਖੋ ਇੱਕ ਹੀ ਵੀਕਐਂਡ ਤੇ। ਕੈਨ ਯੂ ਇਮੇਜਿਨ? ਤੁਸੀਂ ਮਹੀਨਾ ਪਹਿਲਾਂ, 2 ਮਹੀਨਾ ਪਹਿਲਾਂ ਬੱਚਿਆਂ ਦੇ ਨਾਲ ਕੋਈ ਹੌਲੀਡੇ ਅਰੇਂਜ ਕੀਤੀ ਹੋਣੀ ਆ ਵੀ ਅਸੀਂ ਇੱਥੋਂ ਜਾਵਾਂਗੇ, ਅਸੀਂ ਮੋਰੇ ਹੋਟਲ ਬੁੱਕ ਕਰਾਇਆ ਜਾਂ ਕਿਸੇ ਹੋਰ ਫੈਮਿਲੀ ਨੂੰ ਕਿਹਾ ਆ, ਤੇ ਉੱਥੇ ਜਾ ਕੇ ਬੱਚਿਆਂ ਦੇ ਮਨ 'ਚ ਹੁੰਦੀ ਆ। ਫਿਰ ਉੱਥੇ ਤੁਸੀਂ 에ਅਰਪੋਰਟ ਤੇ ਜਾਓਗੇ ਤਾਂ ਫਲਾਈਟ ਕੈਂਸਲ। ਬਿਲਕੁਲ, ਉਹ ਲਈ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਨਹੀਂ, ਸਿਰਫ ਵਰਡ ਇਹਨਾਂ ਨੇ ਲਿਖਦੇ ਆ ਟੈਕਨੀਕਲ ਇਸ਼ੂ ਆ ਗਿਆ। ਟੈਕਨੀਕਲ ਇਸ਼ੂ ਕਿੱਦਾਂ ਆ ਗਈ? ਜਾਂ ਤਾਂ ਹੋਵੇ ਵੀ ਤੁਸੀਂ ਪੁਰਾਣੀਆਂ ਰੋਡਵੇਜ਼ ਦੀਆਂ ਬੱਸਾਂ ਰੱਖੀਆਂ ਉਡਾਉਣ ਲਈ, ਬਿਲਕੁਲ ਵੀ ਉਹਨੂੰ ਧੱਕਾ ਲੈ ਕੇ ਲਾਤਾ ਗੇਟ ਤੇ, ਉਹ ਉੜੀ ਨਹੀਂ ਬਾਅਦ ਦੇ ਵਿੱਚ। ਇਸ ਤੋਂ ਦੇਰੀ ਤੋਂ ਇਲਾਵਾ ਬੜੇ ਵੱਡੇ ਪੱਧਰ ਤੇ ਸਮਾਨ ਗੁੰਮ ਹੋ ਜਾਣਾ ਜਿਹੜਾ, ਉਹ ਵੀ ਇਹਨਾਂ ਦੇ ਵਿੱਚ ਆ ਜਾਂਦਾ, ਉਹਦਾ ਵੀ ਕੋਈ ਪੁੱਛਗਿੱਛ ਨਹੀਂ? ਕੁਛ ਨਹੀਂ ਪੁੱਛਗਿੱਛ ਉਹਦੀ। ਤੁਸੀਂ ਤੁਹਾਨੂੰ ਕਹਿ ਦੇਣਗੇ ਇਹ ਜੀ ਹੁੰਦਾ ਹੀ ਆ। ਹੁੰਦਾ ਕਿੱਦਾਂ ਹੈ? ਉਹ ਮਤਲਬ ਕੋਈ ਤੁਹਾਡੇ ਤੋਂ ਸਿਸਟਮ ਹੋਊਗਾ ਹੀ। ਬਿਲਕੁਲ। ਜਿਹੜੀ 에ਅਰਲਾਈਨ, ਜਿਹੜੀ ਬੱਸ, ਕੋਈ ਵੀ ਸਰਵਿਸ ਦਿੰਦੇ ਤੁਸੀਂ ਆਪਣਾ ਸਮਾਨ ਲੈ ਕੇ ਜਾਂਦੇ ਆ, ਉਹਦੇ ਵਿੱਚ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ ਵੀ ਜਿਹੜਾ ਇੱਕ ਮੈਂ ਲਗੇਜ ਲੈ ਕੇ ਗਿਆ ਇੱਥੋਂ ਤੇ ਬੀਜਿੰਗ ਦੇ ਵਿੱਚ ਉਹੋ ਹੀ ਲਗੇਜ ਮੇਰਾ ਪਹੁੰਚਿਆ ਹੋਣਾ ਚਾਹੀਦਾ। ਇਹ ਨਹੀਂ ਵੀ ਮੈਂ ਇੱਥੋਂ ਬੀਜਿੰਗ ਚੱਲ ਗਿਆ ਤਾਂ ਮੇਰਾ ਲਗੇਜ ਜਿਹੜਾ ਹੈਲਸਿੰਕੀ ਪਿਆ ਤਾਂ ਉੱਥੇ ਕਿਸੇ ਨੇ ਚੱਕ ਲਿਆ। ਇਦਾਂ ਬਹੁਤ ਹੁੰਦਾ, ਬਹੁਤ ਜ਼ਿਆਦਾ ਹੁੰਦੇ ਜੀ। ਪਿਛਲੇ ਸਮੇਂ ਦੇ ਵਿੱਚ ਦੇਖਿਆ ਸੀ ਵੀ ਬੜੇ ਲੰਬਾ ਸਮਾਂ ਲੋਕਾਂ ਨੂੰ ਅਜੇ ਤੱਕ ਵੀ ਜਿਹੜੇ ਆ ਉਹ ਸਮਾਨ ਨਹੀਂ ਮਿਲਿਆ, ਔਰ ਨਾ ਕੋਈ ਮੁਆਵਜ਼ਾ ਦਿੱਤਾ ਗਿਆ ਉਹਦਾ। ਕਈਆਂ ਦਾ ਕੀਮਤੀ ਸਮਾਨ ਵੀ ਤਾਂ ਉਹਦੇ ਵਿੱਚ ਹੁੰਦਾ ਨਹੀਂ। ਜ਼ਿੰਮੇਵਾਰੀ ਨਹੀਂ ਹੈ ਨਾ। ਜ਼ਿੰਮੇਵਾਰੀ ਜਦੋਂ ਪੈਸੇਂਜਰ ਬਿੱਲ ਆਫ ਰਾਈਟਸ ਲਿਖਿਆ ਆ, ਇਹਨਾਂ ਨੇ ਐਕਚੁਅਲੀ ਸਾਡੇ ਪੋਲੀਟੀਸ਼ੀਅਨਸ ਨੇ, ਇਹਨਾਂ ਨੇ 에ਅਰਲਾਈਨਸ ਨੂੰ ਡਿਫੈਂਡ ਕੀਤਾ ਜੀ। ਇਹਨਾਂ ਨੇ ਇਹ ਨਹੀਂ ਡਿਫੈਂਡ ਕੀਤਾ ਵੀ ਇਹ ਬੰਦਿਆਂ ਨੂੰ ਅਸੀਂ, ਜਿਨ੍ਹਾਂ ਨੇ ਸਾਨੂੰ ਇਲੈਕਟ ਕੀਤਾ ਉਹਨਾਂ ਲਈ ਵੀ ਕੁਝ ਕਰੀਏ। ਅਸਲੀ ਗੱਲ ਇਹ ਇਸ਼ੂ ਆ ਵੀ ਜਿਹੜੀ ਤਾਕਤਵਰ ਜਿਹੜੇ ਬੰਦੇ ਆ ਉਹਨਾਂ ਦਾ 27-20 ਆ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਆ। ਡਿਜੀਟਲ ਟਰਾਂਸਫੋਰਮੇਸ਼ਨ ਜਿਹੜੀ ਹੈ ਉਹਦੇ ਸੰਬੰਧ ਸਿਖਰ ਸੰਮੇਲਨ ਦੇ ਵਿੱਚ ਮੈਂਬਰਾਂ ਨੇ ਯੂਰੇਸ਼ੀਅਨ ਖੇਤਰ ਦੇ ਵਿੱਚ ਸਹਿਯੋਗ ਵਧਾਉਣ ਲਈ 10 ਮਤਿਆਂ ਨੂੰ ਸਹਿਮਤੀ ਦਿੱਤੀ ਹੈ। ਉਹ ਕਿਹੜੇ ਮਤੇ ਹੈ ਜੀ? ਐਸਸੀ ਦੀ ਤੁਸੀਂ ਕਰਦੇ ਆ, ਐਸਸੀਓ ਦੀ? ਹਾਂਜੀ, ਸ਼ੰਘਾਈ ਦੀ। ਹਾਂਜੀ, ਸ਼ੰਘਾਈ ਕਾਰਪੋਰੇਸ਼ਨ ਜਿਹੜੀ ਆਰਗੇਨਾਈਜੇਸ਼ਨ ਜੀ ਹਾਂ, ਜਿਸ ਭਾਰਤ ਵੀ ਐਸਸੀਓ ਨੂੰ ਗੱਲ ਕਰਦੇ। ਐਸਸੀਓ ਕਹਿੰਦੇ, ਓਕੇ। ਉਹਨੂੰ ਕਹਿੰਦੇ ਆ ਕਿ ਇਹ ਯੂਰਪੀਅਨ ਯੂਨੀਅਨ ਦੇ ਜਿੱਦਾਂ ਮਾਡਲ ਦੇ ਉੱਤੇ ਬਣਾਈ ਗਈ ਸੀ। ਏਸ਼ੀਆ ਦੇ ਮੁਲਕਾਂ ਨੇ ਇਹ ਸੋਚਿਆ ਵੀ ਜੇ ਯੂਰਪੀਅਨ ਯੂਨੀਅਨ ਬਣ ਸਕਦੀ ਆ, ਬਹੁਤ ਦੇਰ ਦੇ 50s 60s ਦੀ ਗੱਲ ਹੈ, 70s ਦੀ ਗੱਲ ਹੈ ਜੀ। ਇੱਕ ਗੱਲ ਕਰਦੇ ਹੁੰਦੇ ਵੀ ਸਾਊਥ ਕੋਆਪਰੇਸ਼ਨ ਸ਼ੁਰੂ ਹੋਣੀ ਚਾਹੀਦੀ ਹੈ। ਵੀ ਅਸੀਂ ਜਦੋਂ ਕਲੋਨੀਅਲ ਦੇਸ਼ਾਂ ਤੋਂ ਆਜ਼ਾਦ ਹੋਏ ਆ ਨਾ, ਚਾਹੇ ਅਫਰੀਕਾ ਦੇ ਮੁਲਕ ਸੀ, ਚਾਹੇ ਏਸ਼ੀਆ ਦੇ ਮੁਲਕ ਸੀ, ਸਾਡਾ ਟ੍ਰੇਡ ਕਲੋਨੀਅਲ ਮੁਲਕਾਂ ਨਾਲ ਜ਼ਿਆਦਾ ਸੀ ਜੀ। ਤੁਸੀਂ ਹੈਰਾਨ ਰਹਿ ਜਾਓਗੇ, ਅਫਰੀਕਾ ਦੇ ਬੰਦਿਆਂ ਨੂੰ ਪੁੱਛ ਕੇ ਦੇਖ ਲਓ, ਜਦੋਂ ਜੇ ਉਹਨਾਂ ਦਾ ਮੁਲਕ 55 ਦੇ ਵਿੱਚ ਆਜ਼ਾਦ ਹੋਇਆ ਹੋਵੇ, ਜਿਹੜੀ ਫਲਾਈਟ ਨਰੋਬੀ ਤੋਂ ਐਡਿਸ ਬਾਬਾ ਆਉਣੀ ਚਾਹੀਦੀ ਆ ਜੀ, ਉਹਨਾਂ ਨੂੰ ਸਿੱਧੀ ਫਲਾਈਟ ਨਹੀਂ ਸੀ ਮਿਲਦੀ। ਉਹ ਪਹਿਲਾਂ ਲੰਡਨ ਆਉਂਦੇ ਸੀ ਜਾਂ ਪੈਰਿਸ ਆਉਂਦੇ ਸੀ, ਫੇਰ ਮੁੜ ਕੇ ਜਾਂਦੇ ਹੁੰਦੇ ਸੀ ਉੱਥੇ ਐਡਿਸ। ਹਾਲਾਂਕਿ ਉਹਨਾਂ ਦੇ ਗੁਆਂਢ ਦੇ ਵਿੱਚ ਆ। ਮਤਲਬ ਇਹ ਇੱਕ ਐਗਜ਼ਾਮਪਲ ਹੀ ਆ। ਟ੍ਰੇਡ ਵੀ ਉਹਨਾਂ ਦਾ ਇਦਾਂ ਹੁੰਦਾ ਸੀ। ਨਾਈਜੀਰੀਆ ਵਾਲਿਆਂ ਨੇ ਟ੍ਰੇਡ ਕਰਨਾ, ਸਿੱਧਾ ਅਮਰੀਕਾ ਆਉਣਾ, ਸਿੱਧਾ ਯੂਰਪ ਆਉਣਾ, ਡੱਚ ਦੇ ਕੋਲ ਆ ਗਿਆ, ਪੈਰਿਸ ਦੇ ਵਿੱਚ ਆ ਗਿਆ, ਲੰਡਨ ਦੇ ਵਿੱਚ ਆ ਗਿਆ। ਨਾਈਜੀਰੀਆ ਵਾਲਿਆਂ ਦਾ ਲੇਗੋਸ ਵਾਲਿਆਂ ਨਾਲ ਹੈ ਨਹੀਂ ਕੋਈ, ਉਹ ਗੁਆਂਢੀ ਮੁਲਕ ਹੈ ਜੀ। ਇਹ ਕਲੋਨੀਅਲ ਲੈਗੇਸੀ ਹੈ ਸਾਡੀ। ਬਿਲਕੁਲ। ਇੰਡੀਆ ਦੇ ਵਿੱਚ ਵੀ ਇਦਾਂ ਹੀ ਸੀ। ਇੰਡੀਆ ਦਾ ਟ੍ਰੇਡ ਜਿਹੜਾ ਸਾਡਾ ਜ਼ਿਆਦਾ ਹੁੰਦਾ ਸੀ ਇੰਗਲੈਂਡ ਦੇ ਨਾਲ। ਚੀਨ ਨਾਲ ਘੱਟ ਆ, ਪਾਕਿਸਤਾਨ ਨਾਲ ਘੱਟ ਆ, ਸ੍ਰੀਲੰਕਾ ਨਾਲ ਘੱਟ ਆ। ਹੁਣ ਇਹਨਾਂ ਦੇ ਉਸ ਬੇਸ ਤੇ ਸੋਚਿਆ ਸੀ ਵੀ ਆਪਣੇ
ਏਸ਼ੀਅਨ ਮੁਲਕਾਂ ਦੀ ਸਭ ਤੋਂ ਵੱਧ ਕੋਆਪਰੇਸ਼ਨ ਹੋਣੀ ਚਾਹੀਦੀ ਹੈ ਜੀ। ਭਾਵੇਂ ਕਿ ਚੀਨ ਵਾਲੇ ਆਬਵੀਅਸਲੀ ਸਾਡੇ ਨਾਲ ਸਟ੍ਰੈਟੇਜਿਕ ਟਾਈਜ਼ ਉਹਨਾਂ ਦੀਆਂ ਹੈ ਨਹੀਂ ਗੀ, ਉਹਨਾਂ ਦੇ ਨਾਲ ਲੜਦੇ ਰਹਿੰਦੇ ਆ, ਪਰ ਫੇਰ ਵੀ ਉਹਨਾਂ ਨੇ ਭਾਰਤ ਨੂੰ ਅਪਰੋਚ ਕੀਤਾ। ਭਾਰਤ ਵੀ ਮੈਂਬਰ ਬਣਿਆ, 9 ਮੈਂਬਰ ਹੁਣ ਬਣ ਚੁੱਕੇ, ਇਰਾਨ ਲੇਟੈਸਟ ਆ ਬਣਿਆ, ਤੇ ਐਤਕੀ ਭਾਰਤ ਦੇ ਕੋਲ ਪ੍ਰੈਜ਼ੀਡੈਂਸੀ ਸੀ ਉਹਦੀ ਜੀ। ਤੇ ਹੁਣ ਜਿਹੜੀ ਮੀਟਿੰਗ ਹੋਈ ਆ ਟਿਊਜ਼ਡੇ ਜੀ, ਇੱਥੇ ਦੇ ਹਿਸਾਬ ਨਾਲ ਕੱਲ ਹੀ ਹੋਈ ਉੱਥੇ ਜੀ, ਤੇ ਉੱਥੇ ਉਹ ਸਿਖਰ ਸੰਮੇਲਨ ਹੋਣਾ ਸੀ ਜਿਹਦੇ ਵਿੱਚ ਸਾਰੇ ਲੀਡਰ ਆਉਣੇ ਸੀ। ਬਿਲਕੁਲ। ਪਰ ਅੱਜ ਕੱਲ ਇਸ਼ੂ ਬਣੀ ਆ ਵੀ ਆਈਸੀਸੀ ਨੇ ਪਿਊਟਨ ਨੂੰ ਤੇ ਉਹਨੂੰ ਅਰੈਸਟ ਕਰਨ ਲਈ ਵਾਰੰਟ ਕੱਢੇ ਆ। ਜੀ ਹਾਂ, ਉਹ ਪੰਗਾ ਪੈ ਜਾਣਾ ਸੀ। ਸੋ ਇੰਡੀਆ ਵਾਲਿਆਂ ਨੇ ਕੀ ਕੀਤਾ, ਵਰਚੁਅਲ ਮੀਟਿੰਗ ਕਰ ਦਿੱਤੀ ਕਿ ਕੋਈ ਬਣਾਓ, ਕੋਈ ਗੱਲ ਨਹੀਂ, ਤੁਸੀਂ ਆਪਣੇ ਆਪਣੇ ਘਰੀਂ ਬੈਠੋ ਤੇ ਇੱਥੇ ਵਰਚੁਅਲੀ ਕਰ ਲੈਂਦੇ ਆ। ਬਿਲਕੁਲ। ਤੇ ਹੁਣ ਇੰਡੀਆ ਹਮੇਸ਼ਾ ਹੀ ਚਾਹੁੰਦਾ ਆ ਕਿ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਕੀਤੀ ਜਾਵੇ। ਸ਼ਬਦ ਐਗਜ਼ੈਕਟਲੀ ਤਾਂ ਨਹੀਂ ਉਹਨਾਂ ਨੇ ਪਾਕਿਸਤਾਨ ਨੂੰ ਰਿਸਪੌਂਸਿਬਲ ਕਿਹਾ ਵੀ ਇਹ ਜ਼ਿੰਮੇਵਾਰ ਹੈ, ਪਰ ਤਕਰੀਬਨ ਟੈਰਰਿਜ਼ਮ ਜਿਹੜਾ ਜੇ ਸ਼ਬਦ ਯੂਜ਼ ਕੀਤਾ ਆ, ਜਾਂ ਗਵਾਂਢੀ ਦੇਸ਼ਾਂ ਦਾ ਜ਼ਿਕਰ ਕਰ ਲਿਆ ਉਹਨਾਂ ਨੇ ਗਵਾਂਢੀ ਦੇਸ਼ਾਂ ਦਾ ਜ਼ਿਕਰ ਕਰ ਲਿਆ ਵੀ ਤੁਸੀਂ ਟ੍ਰੇਡ ਸਾਡਾ ਤਾਂ ਵਧਣਾ ਆ ਜੇ ਇੱਕ ਦੂਜੇ ਦੇ ਖਿਲਾਫ ਟੈਰਰਿਜ਼ਮ ਸਪਾਂਸਰ ਕਰਨਾ ਬੰਦ ਕਰੋਗੇ। ਜੀ। ਹੁਣ ਅਸੀਂ ਗੱਲ ਤਾਂ ਕਰਦੇ ਹਾਂ ਵੀ ਏਸ਼ੀਆ ਦੀ ਕੋਆਪਰੇਸ਼ਨ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਸੈਂਟਰਲ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਬਹੁਤ ਆਇਲ ਆ, ਬਹੁਤ ਗੈਸ ਆ, ਐਨਰਜੀ ਸੋਰਸਸ ਬੜੇ ਆ ਜੀ। ਸਾਨੂੰ ਬਹੁਤੀ ਦੂਰ ਜਾਣ ਦੀ ਲੋੜ ਹੀ ਨਹੀਂ, ਉਹਨਾਂ ਦੇ ਨਾਲ ਟ੍ਰੇਡ ਕਰ ਸਕਦੇ ਹਾਂ ਅਸੀਂ। ਚੀਨ ਵਾਲੇ ਕਰ ਸਕਦੇ ਆ, ਰਸ਼ੀਆ ਵਾਲੇ ਕਰ ਸਕਦੇ ਆ, ਅਸੀਂ ਕਰ ਸਕਦੇ ਆ, ਫਿਰ ਪਾਕਿਸਤਾਨ ਵਾਲੇ ਕਰ ਸਕਦੇ। ਇਹਨਾਂ ਨੂੰ ਸਸਤਾ ਤੇਲ ਮਿਲੂਗਾ, ਸਸਤਾ ਆਇਲ, ਆਪਣੇ ਗੈਸ ਮਿਲੂਗਾ ਉੱਥੇ। ਜੀ ਜੀ। ਅਫਗਾਨਿਸਤਾਨ ਵਾਲੇ ਕਰ ਸਕਦੇ ਆ। ਪਰ ਜੇ ਤੁਸੀਂ ਪਾਲਿਸੀ ਇਹ ਬਣਾਈ ਆ ਬਈ ਇਹਨਾਂ ਦੇ ਨਾਲ ਲੜਨਾ ਆ, ਲੜਨ ਲਈ ਸਾਡੀ ਆਰਮੀ ਤਾਂ ਨਹੀਂ ਲੜ ਸਕਦੀ, ਪਰ ਇਹਨਾਂ ਦੇ ਟੈਰਰਿਸਟ ਗਰੁੱਪ ਭੇਜਣੇ ਆ ਜੀ, ਤੇ ਫਿਰ ਉਹ ਚੰਗੀ ਗੱਲ ਥੋੜਾ, ਉਹਨਾਂ ਨਾਲ ਟ੍ਰੇਡ ਨਹੀਂ ਵਧਣਾ। ਹੁਣ ਪਾਕਿਸਤਾਨ ਤੇ ਇੰਡੀਆ ਦਾ ਵੈਸੇ ਟ੍ਰੇਡ ਬਹੁਤ ਬਿਲੀਅਨਸ ਦੇ ਵਿੱਚ ਹੋਵੇ। ਜੀ ਬਿਲਕੁਲ। ਕਿੱਡਾ ਵੱਡਾ ਬਾਰਡਰ ਸ਼ੇਅਰ ਕਰਦੇ ਆ, ਤੁਹਾਨੂੰ ਸ਼ਿਪਿੰਗ ਦੀ ਵੀ ਲੋੜ ਨਹੀਂ, ਟਰੱਕ ਲੈ ਕੇ ਚੱਲ ਜਾ ਕਰੋ। ਬਿਲਕੁਲ। ਪਰ ਉਹਨਾਂ ਨੇ ਪਾਲਿਸੀ ਕੀ ਆ ਕਿ ਕਸ਼ਮੀਰ ਦੇ ਵਿੱਚ ਜਿੰਨੇ ਵੀ ਟੈਰਰਿਸਟ ਆਰਗੇਨਾਈਜੇਸ਼ਨਸ ਆ ਉਹ ਸਾਰੀਆਂ ਸਪਾਂਸਰਡ ਬਾਈ ਪਾਕਿਸਤਾਨ। ਤੇ ਇਹਦੇ ਨਾਲ ਟ੍ਰੇਡ ਕਿੱਦਾਂ ਵੱਧ ਜਾਊਗਾ? ਇਹ ਸ਼ਬਦ ਭਾਵੇਂ ਬਹੁਤ ਚਿਰ ਲੱਗਾ, ਕਿਉਂਕਿ ਜਦੋਂ ਸਟੇਟਮੈਂਟ ਲਿਖਦੇ ਆ ਉਹ ਤੇ ਕਿੰਤੂ ਪਰੰਤੂ ਬੜੇ ਕਰਦੇ ਆ ਕਿ ਨਹੀਂ ਆਹ ਸ਼ਬਦ ਨਹੀਂ ਵਰਤਣਾ, ਆਹ ਸ਼ਬਦ ਨਹੀਂ ਵਰਤਣਾ, ਪਰ ਉਹਨਾਂ ਨੇ ਕਿਹਾ ਵੀ ਚਲੋ ਟੈਰਰਿਜ਼ਮ ਸ਼ਬਦ ਯੂਜ਼ ਕਰ ਲਓ, ਕਿਉਂਕਿ ਪਾਕਿਸਤਾਨ ਲਈ ਇੱਕ ਇਸ਼ੂ ਬਣੀ ਆ ਕਿ ਅਫਗਾਨਿਸਤਾਨ ਦੇ ਵਿੱਚ ਕੁਝ ਬੈਠੇ ਗਰੁੱਪ ਜਿਨ੍ਹਾਂ ਨੂੰ ਉਹ ਕਹਿੰਦੇ ਕਿ ਇਹ ਟੈਰਰਿਜ਼ਮ ਸਾਡੇ ਫੈਲਾਉਂਦੇ ਆ। ਜੀ 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 ਬਿਲਕੁਲ। ਇਹਨਾਂ ਕਹਿੰਦੇ ਕਿ ਚੋਰਾਂ ਨੂੰ ਮੋਰ ਪੈ ਜਾਣਾ। ਤਾਲਿਬਾਨ ਨੂੰ ਸਪਾਂਸਰ ਕਰਨ ਵਾਲੇ ਵੀ ਇਹ, ਪੈਸੇ ਦੇਣ ਵਾਲੇ ਵੀ ਇਹ, ਟ੍ਰੇਨ ਕਰਨ ਵਾਲੇ ਵੀ ਇਹ, ਉਹਨਾਂ ਨੇ ਗਰੁੱਪ ਇਦਾਂ ਦੇ ਬਣਾ ਲਿਆ ਤੇ ਉਹ ਪਾਕਿਸਤਾਨ ਦੇ ਵਿੱਚ ਭੇਜਦੇ ਆ, ਜਿਹੜੇ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਹੁੰਦਾ ਹੈ। ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਉਸੇ ਨਾਲ ਜੀ, ਕਾਫੀ ਬੰਦੇ ਮਰੇ ਆ। ਇਨਫੈਕਟ ਜੇ ਤੁਸੀਂ UN ਦੀ ਰਿਪੋਰਟ ਪੜ੍ਹਦੇ ਆ, ਸਭ ਤੋਂ ਵੱਧ ਸਾਡੇ ਖਿੱਤੇ ਦੇ ਵਿੱਚ ਟੈਰਰਿਜ਼ਮ ਤੋਂ ਅਫੈਕਟਡ ਦੇਸ਼ ਹੈਗਾ ਜਿਹੜਾ ਜਿਹਦੇ ਤੇ ਅਸਰ ਆ ਪਾਕਿਸਤਾਨ ਤੇ। ਸਭ ਤੋਂ ਜ਼ਿਆਦਾ ਆਤੰਕਵਾਦੀ ਹਮਲੇ ਜਿਹੜੇ ਪਾਕਿਸਤਾਨ ਤੇ ਹੁੰਦੇ ਆ। ਆਪਦੀ ਫਰਸਟ੍ਰੇਸ਼ਨ ਫਿਰ ਉਹ ਪਾਸੇ ਕੱਢਦਾ ਜੀ। ਨਹੀਂ, ਉਹ ਬੰਦੇ ਜਿਹੜੇ ਬਾਹਰ ਕੰਮ ਇਹੀ ਕਰਦੇ ਆ ਫੁੱਲ ਟਾਈਮ, ਜਿਨ੍ਹਾਂ ਨੂੰ ਤੁਹਾਡੀ ਏਜੰਸੀਜ਼ ਟ੍ਰੇਨ ਕਰਦੀਆਂ ਆ, ਉਹ ਛੁੱਟੀਆਂ ਕੱਟਣ ਤਾਂ ਘਰੇ ਹੀ ਆਉਂਦੇ ਆ ਨਾ। ਬਿਲਕੁਲ। ਬਾਹਰੋਂ ਕਿੰਨੇ ਕੁ ਚਿਰ ਤੁਸੀਂ ਕਰੀ ਜਾਓਗੇ? ਬਿਲਕੁਲ। ਉਹ ਆ ਕੇ ਫਿਰ ਆਪਣੀਆਂ ਪਾਲਿਸੀ ਚਾਹੁੰਦੇ ਆ ਵੀ ਸਾਡੀਆਂ ਸਟੇਟ ਜਿਹੜੀ ਆ ਸਾਡੀ ਗੱਲਾਂ ਮੰਨੇ। ਬਿਲਕੁਲ। ਪਾਕਿਸਤਾਨੀ ਆਰਮੀ ਤੇ ਜ਼ੋਰ ਵੀ ਪਾਇਆ ਅਮਰੀਕਾ ਵਾਲਿਆਂ ਨੇ ਕਿ ਤੁਸੀਂ ਇਹਨਾਂ ਗਰੁੱਪਸ ਨੂੰ ਫੜੋ, ਇਹਨਾਂ ਨੂੰ ਕਾਬੂ 'ਚ ਰੱਖੋ, ਪਰ ਉਹ ਗਰੁੱਪ ਵੀ ਤਾਂ ਆਪਣੇ ਆਪ ਦੇ ਵਿੱਚ ਆਟੋਨਮਸ ਹੈ ਨਾ। ਬਿਲਕੁਲ। ਉਹ ਭਾਵੇਂ ਉਹਨਾਂ ਨੂੰ ਸਟੇਟ ਸਪਾਂਸਰ ਕਰਦੀ ਆ, ਉਹਨਾਂ ਨੂੰ ਪੈਸੇ ਦਿੰਦੀ ਆ, ਟ੍ਰੇਨਿੰਗ ਦਿੰਦੀ ਆ, ਪਰ ਉਹਨਾਂ ਦੀ ਆਪਣੇ ਆਪ ਵੀ ਥੋੜੀ ਜਿਹੀ ਆਟੋਨਮੀ ਆ। ਬਿਲਕੁਲ। ਫਿਰ ਉਹਨਾਂ ਦਾ ਏਜੰਡਾ ਆ, ਏਜੰਡਾ ਇਹ ਆ ਵੀ ਤੁਸੀਂ ਇਸਲਾਮਿਕ ਦੇਸ਼ ਪੂਰੀ ਤਰ੍ਹਾਂ ਇਸਲਾਮਿਕ ਬਣਾਓ, ਇਹਨੂੰ ਕੋਈ ਲਿਬਰਲਿਜ਼ਮ ਨਹੀਂ ਚਾਹੀਦਾ, ਕੋਈ ਬਹੁਤ ਸੱਭਿਆਚਾਰਕ ਨੀਤੀ ਨਹੀਂ ਚਾਹੀਦੀ ਇੱਥੇ। ਅਸੀਂ ਮੁਸਲਮਾਨ ਆ, ਪਾਕਿਸਤਾਨ ਜਿਹੜਾ ਕੱਲਾ ਮੁਸਲਮਾਨ ਨਹੀਂ ਹੋਗਾ, ਸ਼ਰੀਅਤ ਹੋਣਾ ਚਾਹੀਦਾ, ਹੋਰ ਨਹੀਂ ਹੋਣਾ ਚਾਹੀਦਾ। ਸੋ ਪੰਗਾ ਉਹਨਾਂ ਲਈ ਵੀ ਸੀਗਾ ਤੇ ਪ੍ਰਾਈਮ ਮਿਨਿਸਟਰ ਨੇ ਪਾਕਿਸਤਾਨ ਦੇ ਨੇ ਵੀ ਗੱਲ ਕੀਤੀ ਵੀ ਟੈਰਰਿਜ਼ਮ ਵਾਕਿਆ ਹੀ ਮਾੜੀ ਗੱਲ ਆ। ਜਿਹੜੇ ਸੈਂਟਰਲ ਏਸ਼ੀਅਨ ਕੰਟਰੀਜ਼ ਆ ਉਹਨਾਂ ਨੂੰ ਵੀ ਪਤਾ ਆ ਵੀ ਇੱਕ ਦੂਜੇ ਦੇ ਜਦੋਂ ਤੁਸੀਂ ਕਰਦੇ ਆ ਨਾ ਕਿ
ਦੂਸਰੇ ਦਾ ਟੈਰਰਿਸਟ ਜਿਹੜਾ ਉਹ ਫਰੀडम ਫਾਈਟਰ ਵਾ, ਸਾਡੇ ਘਰ ਉਹ ਟੈਰਰਿਸਟ। ਜਦੋਂ ਇਹ ਗੱਲਾਂ ਹੋਣ ਲੱਗ ਪੈਣ ਤਾਂ ਫਿਰ ਉਹ ਟ੍ਰੇਡ ਜਾਂਦਾ ਲੱਗਦਾ। ਬਿਲਕੁਲ। ਯੂਰਪੀਅਨ ਯੂਨੀਅਨ ਨੇ ਜੇ ਇਹ ਅਕਲ ਦੀ ਗੱਲ ਕੀਤੀ ਹੈ ਵੀ ਠੀਕ ਹੈ, ਇਹਨਾਂ ਨੇ ਕਈ 100 ਸਾਲ ਰਾਜ ਕੀਤਾ ਦੁਨੀਆ ਤੇ, ਹੁਣ ਉਹਨਾਂ ਨੇ ਇਹ ਦੇਖਿਆ ਵੀ ਇਹਨਾਂ ਨੂੰ ਸਾਡੇ ਕਮ ਸੇ ਕਮ ਉਹ ਆਪਸ ਵਿੱਚ ਹੀ ਇੱਕ ਦੂਸਰੇ ਤੇ ਟੈਰਰਿਜ਼ਮ ਨੇ ਯੂਜ਼ ਕਰਦੇ, ਟੈਰਰਿਜ਼ਮ ਨਹੀਂ ਭੇਜਦੇ। ਜੇ ਟੈਰਰਿਸਟ ਕੋਈ ਆਰਗੇਨਾਈਜੇਸ਼ਨ ਉਹਨਾਂ ਦੇ ਡੋਮੈਸਟਿਕ ਹੁੰਦੀ ਆ, ਉਹਨਾਂ ਡੀਲ ਕਰ ਲੈਂਦੇ ਆ। ਜੇ ਵੱਡੀ ਐਗਜ਼ਾਮਪਲ ਲੈਣੀ ਚਾਹੀਦੀ ਹੈ ਉਹਨਾਂ ਤੋਂ ਤਾਂ ਇਹ ਗੱਲ ਹੈ ਇੱਕ ਦੂਸਰੇ ਦੇ ਖਿਲਾਫ ਆਤੰਕਵਾਦੀ ਜਥੇਬੰਦੀਆਂ ਉਹਨਾਂ ਨੂੰ ਯੂਜ਼ ਨਾ ਕਰੋ ਤੁਸੀਂ। ਜੀ ਡਾਕਟਰ ਸਾਹਿਬ, ਆਕਸਫੋਰਡ ਯੂਨੀਵਰਸਿਟੀ ਨੇ ਕੀਨੀਆ ਤੇ ਤੰਜਾਨੀਆ ਦੇ ਮਸਾਈ ਪਰਿਵਾਰਾਂ ਨੂੰ 196 ਗਾਵਾਂ ਦਿੱਤੀਆਂ ਜੀ, ਕੀ ਮਸਲਾ ਜੀ? ਦੇਖੋ ਇਹ ਕਿਹੜਾ ਮੁਆਵਜ਼ਾ ਹੋ ਗਿਆ ਜੀ? 200 ਸਾਲ ਇਹ ਜੋ ਲੁੱਟਦੇ ਰਹੇ ਆ ਜੀ, ਇੰਗਲੈਂਡ ਵਾਲੇ, ਫਰਾਂਸ ਵਾਲੇ, ਜਰਮਨੀ ਵਾਲੇ, ਡੱਚ, ਇਹਨਾਂ ਨੇ, ਸਪੇਨ ਵਾਲੇ ਨੇ, ਪੋਰਚੁਗਲ ਵਾਲਿਆਂ ਨੇ ਬਹੁਤ ਸਮਾਨ ਲੁੱਟਿਆ ਸੀ। ਅਸੀਂ ਤਾਂ ਕੋਹੇਨੂਰ ਹੀਰੇ ਦੀ ਗੱਲ ਕਰਦੇ ਹਾਂ ਨਾ ਜੀ, ਇਹਨਾਂ ਦੇ ਕੋਲ ਬਹੁਤ ਸਮਾਨ ਪਿਆ ਹੈ ਜਿਹੜਾ ਉੱਥੋਂ ਚੋਰੀ ਕਰਕੇ ਲਿਆਏ ਆ, ਇੰਡੀਆ ਤੋਂ ਵੀ ਲਿਆਏ ਆ, ਹੋਰ ਜਗ੍ਹਾ ਤੋਂ ਵੀ ਲੈ ਕੇ ਆਏ ਆ। ਤੇ ਕੁਛ ਇੱਕ ਉਹਨਾਂ ਦੇ ਵਿੱਚੋਂ ਸਮਾਨ ਜਿਹੜਾ ਉਹ ਇਹਨਾਂ ਦੀਆਂ ਲੀਡਿੰਗ ਯੂਨੀਵਰਸਿਟੀਜ਼ ਦੀਆਂ ਮਿਊਜ਼ੀਅਮਸ ਦੇ ਵਿੱਚ ਪਿਆ ਆ। ਆਕਸਫੋਰਡ ਦੇ ਵਿੱਚ ਪਿਆ, ਕੈਂਬਰਿਜ ਦੇ ਵਿੱਚ ਪਿਆ। ਤੇ ਇੱਥੇ ਕੀਨੀਆ ਤੋਂ ਕੋਈ ਕੁਛ ਪਰਿਵਾਰ ਹੋਣੇ ਆ ਜਿਹੜੇ ਵੱਡੇ ਸਰਦਾਰ ਹੁੰਦੇ ਸੀ, ਸਮਝ ਲਓ ਕਈ ਪਿੰਡ ਕੰਟਰੋਲ ਕਰਦੇ ਹੁੰਦੇ ਸੀ, ਛੋਟੇ ਛੋਟੇ ਮਹਾਰਾਜੇ ਕਹ ਲਓ, ਛੋਟੇ ਛੋਟੇ ਰਾਜੇ ਕਹ ਲਓ, ਉਹਨਾਂ ਦੇ ਹਾਰ ਵਗੈਰਾ ਜਿਹੜੇ ਚੋਰੀ ਕਰਕੇ ਲਿਆਏ। ਤਾਂ ਉਹ ਇਹਨਾਂ ਨੂੰ ਗਵਰਨਮੈਂਟ ਨੇ ਕਿਤੇ ਇੱਥੇ ਆਕਸਫੋਰਡ ਯੂਨੀਵਰਸਿਟੀ ਨੂੰ ਦੇਤੇ ਹੋਣੇ ਆ, ਕੈਂਬਰਿਜ ਯੂਨੀਵਰਸਿਟੀ ਨੂੰ ਦੇਤੇ ਹੋਣੇ ਜੀ। ਤੇ ਇਹਨਾਂ ਤੇ ਪ੍ਰੈਸ਼ਰ ਪਾਉਂਦੀਆਂ ਇਹਨਾਂ ਦੀਆਂ ਸਟੂਡੈਂਟ ਬਾਡੀਜ਼ ਵੀ ਤੁਸੀਂ ਲੁੱਟ ਖਸੁੱਟ ਦੇ ਵਿੱਚ ਤੁਹਾਡਾ ਵੀ ਹੱਥ ਰਿਹਾ ਵੀ ਇਹ ਮੋੜੋ, ਉਹਨਾਂ ਤੋਂ ਲੁੱਟ ਕੇ ਲੈ ਕੇ ਆਏ ਆ। ਤੇ ਉਹ ਜਿਹੜੀਆਂ ਗਾਈਆਂ ਦਿੱਤੀਆਂ ਆ ਉਹ ਕੰਪਨਸੇਸ਼ਨ, ਹਾਰ ਨਹੀਂ ਮੋੜੇ, ਹਾਰ ਹਾਲੇ ਵੀ ਪਏ ਉੱਥੇ। ਉਹ ਜਿਹੜੇ ਆਰਟੀਫੈਕਟ ਚੋਰੀ ਕਰਕੇ ਲਿਆਏ ਸੀ ਉਹ ਉੱਥੇ ਆਕਸਫੋਰਡ ਦੇ ਵਿੱਚ ਹੀ ਪਏ ਆ, ਪਰ ਗਾਈਆਂ ਦੇ ਦਿੱਤੀਆਂ। ਹੁਣ ਗਾਈਆਂ ਦੇਣ ਦਾ ਰਿਵਾਜ ਆ ਵੈਸੇ ਕਈ ਅਫਰੀਕਨ ਕੰਟਰੀਜ਼ ਦੇ ਵਿੱਚ, ਤੁਸੀਂ ਦੇਖਦੇ ਆ ਖਾਸ ਤੌਰ ਤੇ ਨਾਰਦਰਨ ਅਫਰੀਕਾ ਦੇ ਵਿੱਚ ਜਾਓਗੇ ਤਾਂ ਕਿਸੇ ਵੱਡੇ ਵੱਡੇ ਸਰਦਾਰਾਂ ਦੇ ਕੋਲ 5000 ਗਾਈ ਰੱਖੀ ਆ, 7000 ਗਾਈ ਰੱਖੀ ਆ। ਮਤਲਬ ਉਹ ਗਾਈਆਂ ਨਾਲ ਵਿਰਥ ਆਪਣੀ ਦੱਸਦੇ ਆ। ਬਿਲਕੁਲ। ਅਸੀਂ ਤਾਂ ਕਹਿੰਦੇ ਵੀ ਇਹਦੇ ਇੰਨੇ ਏਕੜ ਆ, ਇਹਦੇ ਇੰਨੇ ਹੋਟਲ ਆ, ਇਹਦੇ ਇੰਨੀਆਂ ਬੱਸਾਂ ਪਾਈਆਂ, ਤਾਂ ਉਹਨਾਂ ਦੀ ਦੌਲਤ ਜਿਹੜੀ ਆ ਵੀ ਪਸ਼ੂ ਇਹਦੇ ਕੋਲ ਕਿੰਨੇ ਆ। ਸੋ ਇਹਨਾਂ ਵੱਡੇ ਵੱਡੇ ਸਰਦਾਰਾਂ ਨੂੰ ਦਿੱਤੀਆਂ। ਸਾਡੇ ਇਹ ਗੱਲਬਾਤ ਚੱਲਦੀ ਰਹਿੰਦੀ ਹੈ, ਅਕਸਰ ਕੋਹੇਨੂਰ ਹੀਰੇ ਦੀ ਗੱਲ ਚੱਲਦੀ ਹੈ। ਮੈਨੂੰ ਯਾਦ ਹੈ ਕਦੀ ਪਹਿਲੀ ਵਾਰ ਮੈਂ ਲੰਡਨ ਦੇ ਵਿੱਚ ਗਿਆ ਤੇ ਉੱਥੇ ਜਿਹਦਾ ਹੋਸਟ ਸੀ ਮੇਰਾ, ਉਹ ਕਹਿੰਦਾ ਆਇਆ ਦੇਖ ਕੇ ਇਹ ਤੁਹਾਨੂੰ ਮਿਊਜ਼ੀਅਮ ਦਿਖਾ ਦੇ ਜਿੱਥੇ ਇੰਡੀਆ ਤੋਂ ਸਮਾਨ ਜਿਹੜਾ ਚੱਕ ਕੇ ਲਿਆਏ ਆ ਨਾ, ਜਿਹਦੇ ਵਿੱਚ ਬਹੁਤ ਕੁਛ ਆ। ਮਹਾਰਾਜ ਸਾਹਿਬ ਦੀ ਕੁਛ ਕੁਰਸੀ ਵੀ ਪਈ ਆ ਉੱਥੇ, ਤਾਜਪੋਸ਼ੀ ਇੱਥੇ ਕੀਤੀ ਸੀ, ਹੋਰ ਚੀਜ਼ਾਂ ਵੀ ਪਈਆਂ ਉੱਥੇ। ਤੇ ਉਹ ਅਸੀਂ ਆਂਢ ਗੁਆਂਢ ਉਸ ਏਰੀਆ ਦੇ ਵਿੱਚ ਚਲ ਗਏ, ਸਾਨੂੰ ਉਹ ਜਗ੍ਹਾ ਨਾ ਲੱਭੇ। ਤੇ ਉੱਥੇ ਇੱਕ ਬੌਬੀ ਤੁਰਿਆ ਫਿਰਦਾ, ਜਿਹੜੇ ਪੁਲਿਸਮੈਨ ਤੁਰਿਆ ਫਿਰਦਾ ਸੀ, ਉਹਨੇ ਉਹਨੂੰ ਪੁੱਛਿਆ, ਕਹਿੰਦਾ ਵੀ ਇੱਥੇ ਮਿਊਜ਼ੀਅਮ ਆ। ਉਹਨੂੰ ਕਹਿੰਦਾ ਉਹ ਮਿਊਜ਼ੀਅਮ ਕਾਹਦਾ ਆ? ਤੇ ਉਹ ਬੰਦਾ ਕਹਿੰਦਾ ਉਹਨੂੰ, ਜਿਹੜੀਆਂ ਚੀਜ਼ਾਂ ਕਹਿੰਦਾ ਤੁਸੀਂ ਚੋਰੀ ਕਰਕੇ ਲਿਆਏ ਉਹਨਾਂ ਦਾ। ਉਹ ਬਹੁਤ ਹੱਸਿਆ, ਕਹਿੰਦਾ ਤੁਸੀਂ ਬੜੇ ਬਲੰਟ ਆ, ਕਹਿੰਦਾ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਚਾਹੁੰਦੇ ਹੋ, ਉੱਥੇ ਆ ਕਹਿੰਦਾ। ਸੋ ਅਜੇ ਵੱਡੀਆਂ ਵੱਡੀਆਂ ਚੀਜ਼ਾਂ ਜਿੱਦਾਂ ਕੋਹੇਨੂਰ ਤੇ ਰੌਲਾ ਪਾਉਂਦੇ ਆ, 3 ਦੇਸ਼ਾਂ ਨੇ ਕੀਤਾ ਹੈ ਮੁਕੱਦਮਾ ਵੈਸੇ ਜੀ, ਤਾਂ ਦੇਣਾ ਉਹਨਾਂ ਨੇ ਕਿਸੇ ਨੂੰ ਨਹੀਂ। ਇੰਡੀਆ ਵਾਲੇ ਵੀ ਕਹਿੰਦੇ ਆ ਉਹ ਸਾਡਾ ਸੀ, ਪਾਕਿਸਤਾਨ ਵਾਲੇ ਕਹਿੰਦੇ ਉਹ ਸਾਡਾ ਸੀ ਕਿਉਂਕਿ ਲਾਹੌਰ ਸੀਗਾ ਰਾਜ ਦਰਬਾਰ, ਮਤਲਬ ਉਹਨਾਂ ਦੀ ਕੈਪੀਟਲ ਤਾਂ ਲਾਹੌਰ ਸੀ ਮਹਾਰਾਜਾ ਦੀ। ਤੇ ਫਿਰ ਅਫਗਾਨਿਸਤਾਨ ਵਾਲੇ ਕਹਿੰਦੇ ਕਿ ਸਾਡਾ ਆ ਕਿਉਂਕਿ ਅਬਦਾਲੀ ਨੇ ਲਿਆ ਸੀ, ਜਿਹੜਾ ਇਰਾਨ ਦਾ ਬੰਦਾ ਹੁੰਦਾ ਸੀ, ਇੱਕ ਹਮਲਾਵਰ ਅਬਦਾਲੀ ਤੋਂ ਪਹਿਲਾਂ, ਇੱਕ ਨਾਂ ਹੀ ਚੇਤਾ ਭੁੱਲ ਗਿਆ ਉਹਦਾ, ਇਰਾਨ ਦਾ ਸੀ ਉਹ ਬੰਦਾ। ਅਬਦਾਲੀ ਤੋਂ ਪਹਿਲਾਂ, ਅਬਦਾਲੀ ਨੇ ਹਮਲੇ ਸ਼ੁਰੂ ਕੀਤੇ, ਉਹ ਤੋਂ ਪਹਿਲਾਂ ਇਰਾਨ ਦਾ ਬੰਦਾ ਇੱਕ ਆਇਆ ਸੀ, ਉਹ ਚੋਰੀ ਕਰਕੇ ਲਿਆ ਸੀ ਮੁਗਲਾਂ ਤੋਂ ਕੋਹੀਨੂਰ ਨੂੰ। ਤੇ ਅਬਦਾਲੀ ਉਹਦੇ ਕੋਲੋਂ ਖੋਹ ਲਿਆ ਤੇ ਉਹਦੇ ਸ਼ਾਹ ਸੁਜਾ ਗਾਹਾਂ ਮਹਾਰਾਜ ਸਾਹਿਬ ਨੂੰ ਦੇ ਗਿਆ। ਸੋ ਉਹਦੇ ਵਿੱਚ
ਜੇ ਕੋਈ ਡਿਜ਼ਰਵ ਕਰਦਾ, ਪਤਾ ਨਹੀਂ ਕੌਣ ਡਿਜ਼ਰਵ ਕਰ ਸਕਦਾ। ਓਰੀਜਨਲੀ ਤਾਂ ਐਕਚੁਅਲੀ ਉਹ ਮੁਗਲਾਂ ਦਾ ਹੀ ਸੀ, ਤਾਂ ਉਹ ਉਹਨਾਂ ਨੇ ਵੀ ਕਿਤੇ ਲੁੱਟਿਆ ਹੀ ਹੋਣਾ। ਮਤਲਬ ਇਹ ਇੱਕ ਆਰਟੀਫੈਕਟ ਦੀ ਗੱਲ ਕਰਦੇ ਆ, ਛੋਟੀ ਜਿਹੀ ਦੀ। ਹੋਰ ਬਹੁਤ ਕੁਛ ਆ ਜੀ, ਇੱਕ ਦੇਸ਼ ਦਾ ਨਹੀਂ ਆ, ਬਾਕੀਆਂ ਦੇਸ਼ਾਂ ਦਾ ਵੀ ਤੁਸੀਂ ਸੁਣਿਆ ਹੋਣਾ। ਜਦੋਂ ਤਾਜਪੋਸ਼ੀ ਹੋਈ ਸੀ ਪ੍ਰਿੰਸ ਚਾਰਲਸ ਦੀ, ਕਿੰਗ ਚਾਰਲਸ ਬਣੇ ਆ, ਤਾਂ ਉਹਨਾਂ ਦੀ ਵਾਈਫ ਨੇ ਕਿਹੜੇ ਕਿਹੜੇ ਦੇਸ਼ ਦੇ ਹਾਰ ਪਾਏ ਸੀ, ਉਹ ਤੇ ਬਹੁਤਿਆਂ ਨੇ ਕਿੰਤੂ ਪਰੰਤੂ ਕੀਤਾ ਸੀ। ਸਾਊਥ ਅਫਰੀਕਾ ਵਾਲੇ ਕਹਿੰਦੇ ਸੀ ਇਹਨਾਂ ਨੇ ਸਾਡਾ ਚੋਰੀ ਕੀਤਾ, ਹਾਰ ਪਾ ਲਿਆ ਜੀ, ਇਹਨਾਂ ਨੇ ਆਹ ਕੀਤਾ। ਜ਼ਿੰਬਾਬਵੇ ਕਹਿੰਦੇ ਸਾਡਾ ਪਾ ਲਿਆ, ਸਾਡਾ ਪਾ ਲਿਆ, ਪਾਏ ਬਾਲੇ ਸੀ ਨਾ, ਪਾਏ ਬਹੁਤ, ਉਹਨਾਂ ਨੇ ਡਾਇਮੰਡ ਬਹੁਤ ਜ਼ਿਆਦਾ ਪਾਏ ਹੁੰਦੇ ਜੀ। ਸੋ ਉਹ ਅਜੇ ਤਾਈਂ ਕੰਟਰੋਵਰਸੀ ਜਾਰੀ ਹੈ, ਪਰ ਕਈ ਦੇਸ਼ਾਂ ਦੇ ਵਿੱਚ ਆਪਸ ਵਿੱਚ ਹੀ ਲੜੀ ਜਾਂਦੇ। ਬਾਂਦਰ ਤੇ ਬਿੱਲੀਆਂ ਵਾਲੀ ਗੱਲ ਹੈ ਨਾ ਜੀ, ਸਾਡੇ ਵੀ ਬਿੱਲੀਆਂ ਹੀ 3 ਬਿੱਲੀਆਂ ਲੜਦੀਆਂ ਕੋਹੇ ਨੂਰ ਹੀਰੇ ਦੇ ਪਿੱਛੇ, ਤਾਂ ਦੇਣਾ ਉਹਨਾਂ ਨੇ ਕਿਸੇ ਨੂੰ ਨਹੀਂ ਦੇਣਾ। ਹਰ ਇੱਕ ਆਰਟੀਫੈਕਟ ਤੇ ਹੁਣ ਜਿਹੜੇ ਆਰਟੀਫੈਕਟਸ ਆਕਸਫੋਰਡ ਨੇ ਦਿੱਤੀ ਆ, ਉਹ ਨਹੀਂ ਮੋੜੇ। ਜਿਹੜੇ ਆਰਟੀਫੈਕਟਸ ਚੋਰੀ ਕਰਕੇ ਲੈ ਕੇ ਆਏ ਉਹ ਨਹੀਂ ਮੋੜੇ, ਉਹਨਾਂ ਦੀ ਕੀਮਤ ਦੇਤੀ ਵੀ ਇੰਨੀਆਂ 196 ਗਾਈਆਂ ਬਣਦੀ ਆ, ਇਹ 3 ਪਰਿਵਾਰਾਂ ਨੂੰ ਦੇ ਦਿੰਦੇ। ਸੋ ਡਾਕਟਰ ਸਾਹਿਬ, ਇੱਕ ਅਗਲੀ ਖਬਰ ਵੱਲ ਵਧਦੇ ਹਾਂ ਅਸੀਂ। ਅਮਰੀਕਾ ਦੀ ਫੌਜ ਦੇ ਵਿੱਚ ਆਤਮ ਹੱਤਿਆ ਦਾ ਰੁਝਾਨ ਜਿਹੜਾ ਉਹ ਬਹੁਤ ਵਧ ਰਿਹਾ ਲਗਾਤਾਰ। ਕਹਿੰਦੇ ਇਸ ਸਾਲ ਦੀ ਜਿਹੜੀ ਪਹਿਲੀ ਤਿਮਾਹੀ ਜਿਹੜੇ ਮਾਰਚ ਤੱਕ ਮਤਲਬ ਕਿ ਹਰ ਰੋਜ਼ ਇੱਕ ਜਿਹੜਾ ਫੌਜੀ ਜਿਹੜਾ ਉਹ ਆਤਮ ਹੱਤਿਆ ਕਰ ਰਿਹਾ ਸੀ। ਦੇਖੋ, ਇਹ ਬੜੀ ਟਫ ਜੌਬ ਹੈ ਜਿਹੜੀ ਆਰਮੀ ਦੇ ਵਿੱਚ। ਅਸੀਂ ਨਾਰਮਲੀ ਬੰਦਾ ਸਮਝਦਾ ਵੀ ਬੜਾ ਇਹ ਬਹਾਦਰ ਬੰਦਾ ਆ, ਵੈਸੇ ਹੁੰਦਾ ਵੀ ਹੈ ਜਿਹੜਾ 17-18 ਸਾਲ ਦਾ ਜਾ ਕੇ ਕਹਿੰਦਾ ਮੈਂ ਫੌਜੀ ਬਣਨਾ, ਮੈਂ ਲੜਾਈ ਲਈ ਤਿਆਰ ਆ। ਉਹਨੂੰ ਸਿਖਾਇਆ ਵੀ ਆਹ ਕੁਝ ਜਾਂਦਾ। ਜਿਹੜੀ ਸਿਖਲਾਈ ਦਿੱਤੀ ਜਾਂਦੀ ਆ, 2 ਹੀ ਗੱਲਾਂ ਹੁੰਦੀਆਂ, ਇੱਕ ਤਾਂ ਸਬਆਰਡੀਨੇਸ਼ਨ ਸਿਖਾਉਂਦੇ ਆ ਉਹ, ਤਾਂ ਦੂਸਰਾ ਸ਼ੂਟਿੰਗ ਸਿਖਾਉਂਦੇ ਆ। ਉਸ ਜਿਹੜਾ ਉਮਰ ਦਾ ਛੋਟਾ ਜਿਹੜਾ ਉਹਦੀ ਸੋਚ ਜਿਹੜੀ ਉਹਦੀ ਡਿਵੈਲਪ ਨਹੀਂ ਨਾ ਹੋਈ ਹੁੰਦੀ, ਉਹਦਾ ਇੱਕੋ ਨਿਸ਼ਾਨਾ ਹੀ ਹੁੰਦਾ ਜਿੱਥੇ ਮਿਥ ਲਿਆ। ਤਾਂ ਹੀ ਜਦੋਂ ਪਹਿਲਾਂ ਰਿਕਰੂਟ ਕਰਦੇ ਹੁੰਦੇ ਸੀ ਇਹ 16 ਸਾਲ ਦੇ ਬੱਚੇ ਨੂੰ ਕਰਦੇ ਹੁੰਦੇ ਸੀ। ਹੁਣ ਅੱਜ ਕੱਲ ਅਡਲਟ ਬਣ ਗਿਆ 18 ਦਾ, ਤੇ 18 ਦੇ ਨੂੰ ਕਰਦੇ ਆ। ਪਰ ਉਸ ਤੋਂ ਪਹਿਲਾਂ ਇਹਨਾਂ ਨੇ ਕੈਡੈਟ ਕੋਰ ਲਾਈ ਆ। ਜਿੱਦਾਂ ਹੁਣ ਤੁਸੀਂ ਇੱਥੇ ਸਕੂਲਾਂ ਦੇ ਵਿੱਚ ਜਾਓਗੇ, ਕੈਡੈਟ ਕੋਰ ਦੇ ਬੱਚੇ ਹੋਣਗੇ 3 ਵਾਲੇ, 4 ਵਾਲੇ, 5ਵੀਂ ਵਾਲੇ। ਇਹ ਟ੍ਰੇਨ ਕਰਦੇ ਇਹਨਾਂ ਨੂੰ ਵੀ ਅੱਗੇ ਜਾ ਕੇ ਤੁਸੀਂ ਅਫਸਰ ਬਣਨਾ ਆ, ਤੁਸੀਂ ਸੋਲਜਰ ਬਣਨਾ ਆ, ਕਿਉਂਕਿ ਇਹਨਾਂ ਨੂੰ ਸਬਆਰਡੀਨੇਟ ਕਰਨਾ ਬੜਾ ਸੌਖਾ ਹੋ ਜਾਂਦਾ। ਜਿਹੜਾ ਬੰਦਾ ਕੋਈ 30 ਸਾਲਾਂ ਦਾ, 32 ਦਾ ਹੋ ਗਿਆ, ਉਹਦੇ ਤੇ ਕਮਾਂਡ ਕਰਨੀ ਬੜੀ ਮੁਸ਼ਕਲ ਹੈ। ਉਹਦਾ ਸੋਚਣ ਦਾ ਤਰੀਕਾ ਬਦਲ ਜਾਂਦਾ ਨਾ, ਸੋਚਣ ਦਾ ਤਰੀਕਾ ਬਦਲ ਜਾਂਦਾ। ਫਿਰ ਉਹ ਕਹਿੰਦੇ ਹੁੰਦੇ ਬਾਰੇ ਸ਼ਾਹ ਨਾ ਆਤਾਂ ਹੋ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆ। ਉਹਨੂੰ ਬਦਲਣਾ ਔਖਾ ਆ। ਸੋ ਇਹ ਬੰਦੇ ਜਿਹੜੇ ਯੰਗ ਉਮਰ ਦੇ ਵਿੱਚ ਚਲ ਜਾਂਦੇ ਆ। ਤੇ ਹੁਣ ਇੱਕ ਤਾਂ ਜੇ ਤੁਸੀਂ 2 ਹੀ ਗੱਲਾਂ ਕਹਿੰਦੇ ਹੁੰਦੇ ਆਰਮੀ ਕਰਦੀ ਆ, ਇੱਕ ਤਾਂ ਲੜਾਈ ਦੇ ਵਿੱਚ ਲੜਾਈ ਕਰਨੀ ਆ, ਜਦੋਂ ਪੀਸ ਟਾਈਮ ਆ, ਸ਼ਾਂਤੀ ਆ, ਫਿਰ ਤੁਸੀਂ ਲੜਾਈ ਲਈ ਤਿਆਰੀ ਕਰਨੀ ਆ ਜੀ। ਇਹੀ 2 ਗੱਲਾਂ, ਹੋਰ ਕੁਝ ਨਹੀਂ ਉੱਥੇ। ਸਵੇਰ 4 ਵਜੇ ਰੈਵਲੀ, 4 ਵਜੇ ਉਠਾ ਲੈਂਦੇ ਆ ਬੰਦੇ ਨੂੰ, ਨੀਂਦ ਵੀ ਉਸ ਵੇਲੇ ਆਉਂਦੀ ਆ। ਉਸ ਵੇਲੇ ਉਠਾ ਕੇ ਜਿਉਂ ਉਠਾਉਂਦੇ ਆ, ਮਤਲਬ ਬੰਦੇ ਦੀਆਂ ਲੱਤਾਂ ਦੁਖਣ ਲੱਗ ਪੈਂਦੀਆਂ, ਕਾਫ ਥੱਲੇ ਵਾਲਾ ਹਿੱਸਾ ਕੀ ਕਹਿੰਦੇ ਨੇ, ਪਿੰਜਣੀਆਂ, ਇਹ ਦੁਖਣ ਲੱਗ ਪੈਂਦੀਆਂ ਬੰਦੇ ਦੀਆਂ। ਕਈਆਂ ਦੀਆਂ ਮੇਰੀਆਂ ਦੁਖਦੀਆਂ ਹੁੰਦੀਆਂ ਸੀ, ਤੇ ਉਹ ਬੜੀ ਤੰਗ ਕਰਦੇ ਆ ਉਹ। ਤੇ ਉੱਥੇ ਜਾ ਕੇ ਤੁਸੀਂ ਲੜਾਈ ਦੇ ਵਿੱਚ ਜਦੋਂ ਲੜਾਈ ਲੜਦੇ ਆ, ਉੱਥੇ ਭਾਵੇਂ ਤੁਹਾਡੀ ਸੁਪੀਰੀਅਰ ਯੂਐਸ ਵਾਲਿਆਂ ਦੇ ਕੋਲ ਬਹੁਤ ਸੁਪੀਰੀਅਰ ਫਾਇਰ ਪਾਵਰ ਆ, ਪਰ ਫਿਰ ਵੀ ਲੜਾਈ ਤਾਂ ਲੜਾਈ ਆ ਨਾ। ਪਤਾ ਨਹੀਂ ਕਿਸੇ ਦੁਸ਼ਮਣ ਨੇ ਕਿਹੜੇ ਵੇਲੇ ਆ ਕੇ ਤੁਹਾਨੂੰ ਮਾਰ ਦੇਣਾ। ਸੋ ਹਰ ਵੇਲੇ ਉਹ ਫੀਅਰ ਦੇ ਵਿੱਚ ਰਹਿਣਾ। ਫੇਰ ਤੁਸੀਂ ਵੀ ਤਾਂ ਇਨਸਾਨ ਆ ਨਾ। ਤੁਸੀਂ ਕਿਤੇ ਜਾ ਕੇ, ਜਿੱਦਾਂ ਯੂਐਸ ਦੇ ਬੜੇ ਕਰਦੇ ਸੀ, ਕਈ ਵਾਰੀ ਬੰਬ ਮਾਰ ਦਿੰਦੇ ਸੀ। ਕੋਈ ਵੈਡਿੰਗ ਪਾਰਟੀ ਆ ਕਿਸੇ, ਉਹਨਾਂ ਨੂੰ 25 ਬੰਦੇ ਮਰ ਗਏ, ਤੁਸੀਂ ਸੋਲਜਰ ਆਲੇ ਦੁਆਲੇ ਖੜੇ, ਤੁਸੀਂ ਉਹਨਾਂ ਦੀਆਂ ਬੋਡੀਜ਼ ਰਿਮੂਵ ਕਰਦੇ ਆ। ਉਹ ਅਸਰ ਦਿਮਾਗ ਤੇ ਤਾਂ ਪੈਂਦਾ ਨਾ, ਪੈਂਦਾ ਬਿਲਕੁਲ। ਉਹਨਾਂ ਨੂੰ ਉੱਥੋਂ ਚੱਕਦੇ ਆ। ਕਈ ਬੰਦੇ ਤਾਂ ਐਕਚੁਅਲੀ ਖੂਨ ਦਾ ਕਤਰਾ ਨਹੀਂ ਦੇਖ ਸਕਦੇ। ਬਹੁਤੇ ਬੰਦੇ ਆ, ਜੇ ਤੁਸੀਂ ਖੂਨ ਦੇਖ ਲਿਆ, ਉਹ ਡਿੱਗ ਪੈਂਦੇ ਆ, ਬੇਹੋਸ਼ ਹੋ ਜਾਂਦੇ ਆ। ਏਦਾਂ ਦਾ ਬੰਦਾ ਤੁਸੀਂ ਸੋਲਜਰ ਥੋੜਾ ਬਣਾ ਸਕਦੇ ਆ। ਹੁਣ ਇਹ ਫੇਰ ਉਹ ਵਿਚਾਰੇ ਸੋਲਜਰਸ ਤੋਂ ਲੈ ਕੇ ਤੁਸੀਂ
ਟੌਪ ਲੈਵਲ ਦੇ ਜਨਰਲ ਤਾਂ ਹੀ ਨਾ ਤੁਸੀਂ ਬੰਦਾ ਕਹਿੰਦੇ ਜੀ ਇਹ ਅਫਸਰ ਜਿਹੜੇ ਆ ਇਹ ਠੀਕ ਆ, ਇਹਨਾਂ ਦੀ ਕਮਾਂਡ ਆ ਫਲਾਣਾ, ਨਹੀਂ ਅਫਸਰਾਂ ਦੀ ਕਮਾਂਡ ਵੀ ਤੇ ਇੱਕ ਲੈਵਲ ਤਾਂ ਹੀ ਹੁੰਦੀ ਹੈ ਨਾ, ਉਹਨਾਂ ਦੇ ਉੱਪਰ ਵੀ ਕੋਈ ਬੈਠਾ ਹੁੰਦਾ ਹੈ। ਹਰੇਕ ਅਫਸਰ ਦੇ ਉੱਤੇ ਇੱਕ ਅਫਸਰ ਬੈਠਾ ਹੈ, ਜਿਹਦੀ ਉੱਪਰ ਵਾਲੇ ਦੀ ਕਮਾਂਡ ਆ ਉਹ ਜ਼ਿਆਦਾ ਆ। ਜਿਹੜੀ ਉਹਨੇ ਗੱਲ ਕਹਿਤੀ ਹੈ ਨਾ, ਉਹਨੂੰ ਇਹ ਨਹੀਂ ਪੁੱਛਣਾ ਵੀ ਮੈਂ ਕਿਉਂ ਕਰਾਂ, ਜਾਂ ਕੋਈ ਕਿਉਂ ਕਿਹਾ ਨਹੀਂ ਤਾਂ ਜੇਲ੍ਹ 'ਚ ਗਿਆ ਨਹੀਂ, ਤੇਰਾ ਕੰਮ ਆ ਵੀ ਤੂੰ ਜਾ ਕੇ ਕੰਮ ਕਰ ਦਿਓ, ਇੰਪਲੀਮੈਂਟ ਕਰਨਾ ਬਸ। ਤੇ ਉਹ ਇਹ ਗੱਲਾਂ ਜਿਹੜੀਆਂ ਇਹ ਦਿਮਾਗੀ ਤੌਰ ਤੇ ਤਾਂ ਪਰੇਸ਼ਾਨ ਕਰਦੀਆਂ। ਹੁਣ ਕਈਆਂ ਬੰਦਿਆਂ ਨੂੰ ਕੌਨਸ਼ੀਅਸ ਹੁੰਦੀ ਹੈ, ਜਿਹਦਾ ਇਹਨਾਂ ਨੇ ਡਰਾਫਟ ਲਾਇਆ ਸੀ ਇੱਕ ਵੀਅਤਨਾਮ ਵਾਰ ਵਾਲੀ, ਤੇ ਵੀਅਤਨਾਮ ਵਾਰ ਦੇ ਵਿੱਚ ਲੋਕੀ ਜਾਂਦੇ ਨਹੀਂ ਸੀ ਜੀ, ਇੱਥੋਂ ਇਹਨਾਂ ਦੇ ਸੋਲਜਰ ਬਣਦੇ ਨਹੀਂ ਸੀ। ਇਹਨਾਂ ਨੇ ਡਰਾਫਟ ਲਾਤਾ ਵੀ ਜੇ ਤੁਸੀਂ ਇਸ ਉਮਰ ਦੇ ਬੰਦੇ ਆ, ਅਡਲਟ ਆ ਨਾ, ਤੁਹਾਨੂੰ ਕਾਲ ਕਰਤੀ ਆਰਮੀ ਨੇ, ਤੁਹਾਨੂੰ ਜਾਣਾ ਹੀ ਪੈਣਾ, ਹੋਰ ਕੁਝ ਨਹੀਂ, ਤੁਹਾਡੇ ਤੋਂ ਚੁਆਇਸ ਕੋਈ ਨਹੀਂ ਜੀ। ਤਾਂ ਮੁਹੰਮਦ ਅਲੀ ਨੂੰ ਵੀ ਇਹਨਾਂ ਨੇ ਲੈਟਰ ਭੇਜ ਦਿੱਤਾ, ਜਿਹੜੇ ਬਾਕਸਰ ਸੀ। ਉਹ ਕਹਿੰਦੇ ਵੀ ਮੈਨੂੰ ਜੇਲ੍ਹ 'ਚ ਦੇ ਦਿਓ, ਕੋਈ ਗੱਲ ਨਹੀਂ, ਮੈਂ ਨਹੀਂ ਕਹਿੰਦੇ ਜਾਣਾ ਵੀਅਤਨਾਮ 'ਚ, ਮੈਂ ਇੱਕ ਕਾਲਾ ਆ। ਉਹ ਕਹਿੰਦੇ ਕਾਲਿਆਂ ਨੂੰ ਤੁਸੀਂ ਮਾਰਿਆ, ਗੋਰਿਆਂ ਨੇ, ਮੇਰੇ ਗੁਆਂਢੀਆਂ ਨੇ ਮਾਰਿਆ ਸਾਨੂੰ, ਇਹਨਾਂ ਨੇ ਸਾਨੂੰ ਸਲੇਵ ਬਣਾਇਆ। ਕਹਿੰਦੇ ਵੀਅਤਨਾਮ ਦੇ ਬੰਦਿਆਂ ਨੂੰ ਅਸੀਂ ਕਿਉਂ ਮਾਰੀਏ, ਸਾਨੂੰ ਦੱਸੋ ਉਹਨਾਂ ਨੇ ਕੀ ਕੀਤਾ ਸੀ। ਬੰਦੇ ਨੇ ਕੌਨਸ਼ੀਅਸ ਦਿਖਾ ਲਈ ਨਾ ਆਪਣੀ, ਕਹਿੰਦਾ ਮੈਨੂੰ ਜੇਲ੍ਹ 'ਚ ਭੇਜ ਦਿਓ, ਪਰ ਮੈਂ ਉਹਨਾਂ ਨੂੰ ਜਾ ਕੇ ਮਾਰਨਾ ਨਹੀਂ। ਕੋਈ ਨਾ ਕਿਸੇ ਨਾ ਕਿਸੇ ਸੋਲਜਰ ਤਾਂ ਦਿਮਾਗ 'ਚ ਆਉਂਦਾ ਹੀ ਨਾ ਵੀ ਮੈਂ ਆ ਕੇ ਇਰਾਕ ਦੇ ਬੰਦਿਆਂ ਨੂੰ ਮਾਰਦਾ, ਇਹਨਾਂ ਨੇ ਦੱਸੋ ਮੇਰਾ ਕੀ ਕੀਤਾ ਵਿਚਾਰਾ, ਇਹਦਾ ਕਸੂਰ ਕੀ ਹੈ, ਇਹਦਾ ਕੀ ਕਸੂਰ ਹੈ। ਅੱਛਾ, ਇਰਾਕ 'ਚ ਮੈਨੂੰ ਭੇਜਿਆ ਆ, ਜੇ ਅਸੀਂ ਜਿੱਤ ਵੀ ਗਏ ਤਾਂ ਇਹਨਾਂ ਦਾ ਆਇਲ ਕੰਟਰੋਲ ਕਰਨਾ, ਆਇਲ ਤੇ ਐਕਸਨ ਵਾਲਿਆਂ ਦਾ ਕੰਟਰੋਲ ਹੋਊਗਾ, ਜਾਰਜ ਬੁਸ਼ ਦੀ ਫੈਮਿਲੀ ਦਾ ਕੰਟਰੋਲ ਹੋਊਗਾ, ਮੇਰਾ ਉਹਦੇ 'ਚ ਕੀ ਆ ਹਿੱਸਾ, ਮੈਂ ਤਾਂ ਮਰਨ ਵਾਲਿਆਂ 'ਚੋਂ ਹੀ ਆ। ਅੱਛਾ, ਫੇਰ ਜਿੰਨੇ ਤੁਸੀਂ ਦੇਖੋ ਹਰ ਇੱਕ ਜਿਹੜਾ ਪੋਲੀਟੀਸ਼ੀਅਨ ਖਾਸ ਤੌਰ ਤੇ ਉਹ ਏਦਾਂ ਸਲੂਟ ਮਾਰਦੇ ਆ। ਹੁਣ ਤੁਸੀਂ ਸ਼ਬਦ ਇੰਡੀਆ ਦੇ ਵਿੱਚ ਜੇ ਕਹਿੰਦੇ ਨਾ ਫੌਜੀ 7 ਫੌਜੀ ਮਰ ਗਏ, ਉਹ ਤੁਹਾਨੂੰ ਮਾਰਨ ਨੂੰ ਫਿਰਦੇ ਬੰਦੇ, ਖਾਸ ਤੌਰ ਤੇ ਪੋਲੀਟੀਸ਼ੀਅਨ, ਨਹੀਂ ਉਹਨਾਂ ਨੂੰ ਸ਼ਹੀਦ ਕਹੋ। ਅੱਛਾ, ਉਹਨਾਂ ਨੂੰ ਖੁਦ ਨਹੀਂ ਪਤਾ ਵਰਡ ਵੀ ਸ਼ਹੀਦ ਹੁੰਦਾ ਕੀ ਹੈ। ਅੱਛਾ, ਉਹ ਦਿਖਾੜਦੇ ਇਹ ਕੁਛ ਆ, ਜਦੋਂ ਕੋਈ ਇੱਕ ਵੀ ਸੋਲਜੀਅਰ ਇੰਜਰਡ ਹੋ ਜਾਂਦਾ, ਜੇ ਉਹਦੀ ਕੋਈ ਸਰੀਰ ਦੇ ਵਿੱਚ ਕੁਝ ਹੋ ਜਾਂਦਾ ਜਾਂ ਮੈਂਟਲੀ ਕੁਝ ਹੋ ਜਾਂਦਾ, ਉਹ ਆ ਕੇ ਫੌਜ ਦਾ ਸਿਸਟਮ, ਮੈਡੀਕਲ ਸਿਸਟਮ, ਉਹਨਾਂ ਦਾ ਕੰਪਨਸੇਸ਼ਨ ਯੂਜ਼ ਕਰਨਾ ਚਾਹਵੇ, ਉਹਨੂੰ ਦਰ ਦੇ ਇੰਨੇ ਧੱਕੇ ਖਾਣੇ ਪੈਂਦੇ ਨਾ, ਈਵਨ ਸਾਡੇ ਮੁਲਕਾਂ ਦੇ ਵਿੱਚ ਵੀ। ਇਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਇਹ ਗੱਲ ਕਰਦੇ ਸੀ ਅਸੀਂ ਬੜੇ ਬਹਾਦਰ ਆ, ਅਸੀਂ ਉੱਥੇ ਜਾ ਕੇ ਲੜਦੇ ਆ, ਅਸੀਂ ਤਾਂ ਦੁਸ਼ਮਣ ਨੂੰ ਆਹ ਕਰ ਦਾਂਗੇ, ਦੁਸ਼ਮਣ ਤਾਂ ਸਾਡੀ ਸਰਕਾਰ ਹੀ ਬੈਠੀ ਆ। ਇੱਥੇ ਇੱਕ ਸੋਲਜਰ ਨੇ, ਉਹ ਰਹਿੰਦਾ ਸੀ ਅਪਾਰਟਮੈਂਟ ਵਿੱਚ ਜੀ, ਵੈਟਰਨਰ ਸੀ, ਉਹਨੇ ਚਿੱਠੀ ਲਿਖੀ ਵੈਟਰਨਸ ਅਫੇਅਰਸ ਨੂੰ ਵੀ ਇੱਥੇ ਜਿੱਥੇ ਮੈਂ ਰਹਿਣਾ ਆ, ਮੈਂ ਵੀਲ ਚੇਅਰ ਚਲਾਉਣਾ, ਤੇ ਵੀਲ ਚੇਅਰ ਲਈ ਜਾਣ ਲਈ ਰੈਂਪ ਹੈ ਨਹੀਂ। ਤਾਂ ਉਹਨੂੰ ਪਤਾ ਕੀ ਕਰ ਰਹੇ ਆ ਵੈਟਰਨ ਅਫੇਅਰ ਵਾਲੇ, ਵੀ ਤੈਨੂੰ ਪਤਾ ਵੀ ਅਸੀਂ ਸੁਸਾਈਡ ਕਰਨ ਲਈ ਵੀ ਮਦਦ ਕਰਦੇ ਹਾਂ, ਵੀ ਤੂੰ ਆਤਮ ਹੱਤਿਆ ਕਰ ਲੈ। ਇਹ ਉਹ ਬੰਦਾ ਹੈ ਜਿਹੜਾ ਕੈਨੇਡਾ ਲਈ ਲੜ ਕੇ ਆਇਆ ਬਾਹਰ। ਜਦੋਂ ਘਰ ਆਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਇੱਜ਼ਤ ਨਾਲ ਸਾਨੂੰ ਭੇਜਿਆ ਸੀ ਉੱਥੇ, ਜਦੋਂ ਵਾਪਸ ਆਉਣੇ ਲੱਤ ਤੜਾਈ ਆ, ਕਿਸੇ ਲੱਕ ਤੜਾਇਆ, ਕਹਿੰਦੀਆਂ ਬਾਹਾਂ ਗਈਆਂ ਆ, ਕਿਸੇ ਮੈਂਟਲੀ ਡਿਸਟਰਬ ਹੋਇਆ, ਵੀ ਇਹ ਕੋਈ ਨਹੀਂ ਇਹ ਡੂਡ ਦਿੰਦਾ ਇੱਥੇ। ਜਦੋਂ ਦਾ ਅਕਾਲ ਤਖਤ ਦਾ ਜਥੇਦਾਰ ਬਣਾਇਆ ਉਦੋਂ ਸੁਪਰੀਮ ਹੈ ਕੌਮ ਦਾ, ਉਦੋਂ ਬਾਅਦ ਕਹਿੰਦੇ ਤੂੰ ਕੌਣ ਹੈ। ਫਿਰ ਉਹ ਜੁੱਤੀਆਂ ਫੇਰਨ ਲੱਗੇ ਵੀ ਮਤਲਬ ਦੇਰ ਨਹੀਂ ਲਾਉਂਦੇ। ਤੁਸੀਂ ਦੇਖੋ ਵੀ ਇੱਕਦਮ ਪੌੜੀ ਤੇ ਸਿਰੇ ਚੜਾਉਂਦੇ ਆ, ਤਾਂ ਉਹਨੂੰ ਉੱਥੋਂ ਫਿਰ ਧੱਕਾ ਦੇਣ ਲਈ ਵੀ ਬਹੁਤੀ ਦੇਰ ਨਹੀਂ ਲਾਉਂਦੇ। ਸੋ ਇਸ ਕਰਕੇ ਇੱਕ ਕੰਡੀਸ਼ਨ ਹੀ ਆ ਵਿਚਾਰਿਆਂ ਦੀ, ਸੋਲਜਰਸ ਦੀ ਵੀ, ਉਹ ਫਸੇ ਵਿਚਾਰੇ ਕੀ ਕਰਨ, ਫਰਸਟ੍ਰੇਸ਼ਨ ਹੁੰਦੀ, ਕਿਉਂਕਿ ਜਿਹੜਾ ਬੰਦਾ ਐਕਚੁਅਲੀ ਆਪਣੀ ਆਤਮ ਹੱਤਿਆ ਕਰ ਰਿਹਾ ਨਾ, ਉਹ ਮਤਲਬ ਐਗਜ਼ੌਸਟ ਕਰ ਚੁੱਕਾ ਸਭ ਕੁਝ, ਉਹਨੂੰ ਲੱਗਦਾ ਵੀ ਮੇਰੇ ਲਈ ਕੋਈ ਵੀ ਐਵਨਿਊ ਆਊਟ ਨਹੀਂ, ਮੈਂ ਇਸ ਗੱਲ ਤੇ ਮੈਂ ਕਾਰਨਰ 'ਚ ਆ ਗਿਆ, ਇੱਥੋਂ ਨਿਕਲਣ ਦਾ ਹੋਰ ਕੋਈ ਰਸਤਾ ਨਹੀਂ, ਇੱਕੋ ਹੀ ਰਾਹ ਆ ਵੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ। ਅੱਛਾ, ਦੂਜਾ ਉਹਨਾਂ ਤੇ ਗੰਨਾਂ ਹੁੰਦੀਆਂ, ਆਪਣੇ ਸੋਲਜਰ ਨੂੰ ਤਾਂ ਆਤਮ ਹੱਤਿਆ ਕਰਨੀ ਵੀ ਸੌਖੀ ਹੈ, ਸਾਡੇ ਵਰਗਾ ਤਾਂ ਸੋਚੂਗਾ ਵੀ ਜੇ ਛਾਲ ਮਾਰੀ
ਖਰਿਆ ਮੈਂ ਮਰਨਾ ਕਿ ਨਹੀਂ ਮਰਨਾ। ਹਾਂ ਬਿਲਕੁਲ। ਜਿਹੜੇ ਦੇ ਕੋਲ ਗਨ ਆ ਉਹ ਤਾਂ ਬੜੀ ਸੌਖੀ ਆ, ਉਹਨੂੰ ਤਾਂ ਮਰਨ ਦਾ ਮਾਰਨ ਦਾ ਦੋਵਾਂ ਦਾ ਤਰੀਕਾ ਹੈਗਾ, ਦੋਨਾਂ ਦਾ ਤਰੀਕਾ ਹੈ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ ਅਸੀਂ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਕਹਿੰਦੇ ਆ ਕਿ ਉਹ CIA ਤੋਂ ਕੋਈ ਆਪਦਾ ਜਿਹੜਾ ਦੇਸ਼ ਦਾ ਰਾਜ ਨਹੀਂ ਰੱਖਦੇ। ਕਹਿੰਦੇ ਅਸੀਂ ਸਾਰੀ ਗੱਲ ਉਹਨਾਂ ਨੂੰ ਦੱਸ ਰਹੇ ਹਾਂ, ਪਰ CIA ਚੀਫ ਦੀ ਜਿਹੜੇ ਨਾਲ ਹਾਲੀਆ ਜਿਹੜੀ ਉਹਦੀ ਮੁਲਾਕਾਤ ਹੋਈ ਸੀ ਉਹ ਮੀਡੀਆ 'ਚ ਰਿਲੀਜ਼ ਹੋ ਗਈ ਜੀ। ਉਹ ਜੀ ਦੇਖੋ ਕਿੰਨਾ ਪ੍ਰੈਸ਼ਰ ਆ ਉਹਨਾਂ ਤੇ। CIA ਚੀਫ ਦੇ ਨਾਲ ਜਿਹੜੀ ਮੀਟਿੰਗ ਕੀਤੀ ਆ, ਉਹਨਾਂ ਨੇ CIA ਦੇ ਚੀਫ ਨੇ ਅਪੇਰੈਂਟਲੀ ਮੀਡੀਆ ਨੂੰ ਕਿਤੇ ਕਹਿਤਾ ਹੋਣਾ ਬਈ ਜਿਹੜੀਆਂ ਇਹਨਾਂ ਦੀਆਂ ਪਲਾਨਸ ਬਣਾਈਆਂ ਸੀ, ਇਹਨਾਂ ਨੇ ਕਾਊਂਟਰ ਅਫੈਂਸਿਵ ਦੀਆਂ, ਇਹਨਾਂ ਨੇ ਵੈਪਨ ਲੈਣ ਦੀਆਂ ਦੇਣ ਦੀਆਂ ਗੱਲਾਂ ਕਰਦੇ ਸੀ, ਵੀ ਬਹੁਤੀਆਂ ਗੱਲਾਂ ਸਾਨੂੰ ਅੱਜ ਪਤਾ ਲੱਗਾ। ਤੇ ਉਹ ਤੇ ਫਿਰ ਕਿੰਤੂ ਪ੍ਰੰਤੂ ਸ਼ੁਰੂ ਕਰਤਾ, ਮੀਡੀਆ ਦੇ ਵਿੱਚ ਕਾਲਮ ਲਿਖਣੇ ਸ਼ੁਰੂ ਕਰ ਦਿੱਤੇ ਵੀ ਇੱਕ ਪਾਸੇ ਤਾਂ ਤੁਹਾਨੂੰ ਬਿਲੀਅਨਸ ਆਫ ਡਾਲਰਸ ਦੇ ਅਸੀਂ ਹਥਿਆਰ ਦਿੰਨੇ ਆ, ਤੁਹਾਨੂੰ ਪੈਸੇ ਦਿੰਨੇ ਆ, ਸਾਡੇ ਉੱਥੇ ਨੇਟੋ ਦੇ ਅਫਸਰ ਬੈਠੇ ਆ ਟ੍ਰੇਨਿੰਗ ਦੇ ਜੀ, ਤੇ ਇਹਨਾਂ ਦੱਸਦੇ ਤੁਸੀਂ ਸਾਨੂੰ ਕੁਛ ਹੈ ਹੀ ਨਹੀਂ। ਤੇ ਨਾਰਮਲੀ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਕਹਿ ਦੇਵੇ ਨਾ ਵੀ ਮੈਂ CIA ਤੋਂ ਕੁਛ ਨਹੀਂ ਲੁਕਾਉਂਦਾ, ਉਹਨੂੰ ਉਸ ਦੇਸ਼ ਦੀ ਪਾਰਲੀਮੈਂਟ ਫਾਹੇ ਲਾ ਦਊਗੀ ਜੀ ਵੀ ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ ਆ। ਨਰਿੰਦਰ ਮੋਦੀ ਕੱਲ ਕਹਿ ਦੇਵੇ ਵੀ ਮੈਂ ਹਰ ਗੱਲ CIA ਨੂੰ ਦੱਸਦਾ, ਦੂਸਰੇ ਦਿਨ ਨਰਿੰਦਰ ਮੋਦੀ ਨਜ਼ਰ ਨਹੀਂ ਆਊਗਾ ਹਿੰਦੁਸਤਾਨ ਦੇ ਵਿੱਚ। ਹਰ ਇੱਕ ਦੇਸ਼ ਦੇ ਵਿੱਚ ਮਾਣ ਆ ਉਹਨੂੰ, ਕਹਿੰਦੇ ਵੀ ਤੁਸੀਂ ਸਾਡੇ ਦੇਸ਼ ਦੀ ਸੀਕ੍ਰੇਸੀ ਰੱਖਣੀ ਹੈ, ਜੇ ਗੱਲ ਕਰਨੀ ਆਪਣੇ ਬੰਦਿਆਂ ਨਾਲ ਕਰਨੀ ਹੈ, ਤੁਸੀਂ ਦੂਸਰਿਆਂ ਕੋਲ ਗੱਲ ਨਹੀਂ ਕਰਨੀ ਜੀ। ਸਾਡੇ ਦੇਖ ਲਓ ਮੁਰਾਰਜੀ ਦੇਸਾਈ ਨੂੰ ਇੱਕ ਐਕੂਜ਼ੇਸ਼ਨ ਹੀ ਲਾਇਆ ਸੀ ਵੀ ਇਹ CIA ਦੇ ਏਜੰਟ ਆ। ਬਿਲਕੁਲ। ਉਹਨਾਂ ਦੀ ਜਿਹੜੀ ਆਪੋਜੀਸ਼ਨ ਸੀ ਕਮ ਸੇ ਕਮ ਉਹ ਯੂਜ਼ ਕਰਦੀ ਰਹੀ ਉਦੋਂ ਬਾਅਦ ਵੀ CIA ਦਾ ਏਜੰਟ ਸਾਨੂੰ ਕੀ ਦੱਸੂਗਾ ਅਸੀਂ ਕੀ ਕਰਦੇ ਹਾਂ। ਬਿਲਕੁਲ। ਉਹਨਾਂ ਨੂੰ ਗੁੱਸਾ ਲੱਗਦਾ ਸੀ ਇਸ ਗੱਲ ਤੇ। ਸਹੀ ਗੱਲ। ਇਹ ਬੰਦਾ ਖੁਦ ਮਤਲਬ ਦੇਖੋ ਕਿੰਨੇ ਥੱਲੇ ਗਿਰੇ ਹੋਏ ਆ ਬੰਦੇ, ਇਹ ਥੱਲੇ ਤਾਂ ਹੀ ਸਿੱਟੇ ਹੋਏ ਆ ਇਹ ਵੀ ਹੁਣ ਕਹਿੰਦੇ ਵੀ ਮੈਂ CIA ਤੋਂ ਕੋਈ ਭੇਤ ਲੁਕਾਉਂਦਾ ਹੀ ਨਹੀਂ ਹੈ। ਇਹ ਉਸ ਬੰਦੇ ਦੀ ਗੱਲ ਆ ਜਿਹੜਾ ਪ੍ਰੈਜ਼ੀਡੈਂਟ ਆ, ਜਿਹਨੂੰ ਉਹਨਾਂ ਦੀ ਖੁਦ ਦੀ ਸਰਕਾਰ ਨਹੀਂ ਕੁਝ ਕਹਿੰਦੀ ਵੀ ਤੂੰ ਕਿਹੋ ਜਿਹਾ ਪ੍ਰੈਜ਼ੀਡੈਂਟ ਆ ਆਪਣੇ ਦੇਸ਼ ਦਾ ਜਿਹੜਾ ਕਿਸੇ ਦੂਸਰੇ ਦੇਸ਼ ਦੀ ਖੁਫੀਆ ਏਜੰਸੀ ਦੇ ਚੀਫ ਨੂੰ ਇਹ ਕਰ ਰਿਹਾ ਵੀ ਮੈਂ ਤੇਰੇ ਤੋਂ ਕੋਈ ਗੱਲ ਹੀ ਨਹੀਂ ਲੁਕਾਉਂਦਾ। ਸਾਡੇ ਕੋਲ ਖੁਦ ਆਪਣੀਆਂ ਖੁਫੀਆ ਏਜੰਸੀਆਂ ਆ ਜਿਹੜੀਆਂ ਚਾਹੁੰਦੀਆਂ ਕਿ ਜੇ CIA ਆਪਰੇਟ ਕਰਦੀ ਹੈ ਇਹਨੂੰ ਬੰਦ ਕੀਤਾ ਜਾਵੇ। ਜਿੱਥੇ CIA ਆਪਰੇਟ ਕਰਦੀ ਆ ਇਹ ਚਾਹੁੰਦੇ ਹੁੰਦੇ ਆ ਕਿ ਬਾਕੀ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਸਾਡੇ ਨਾਂ ਆਪਰੇਟ ਕਰਨ, ਕਿਉਂਕਿ ਉਹ ਸਾਡੇ ਸੀਕ੍ਰੇਟਸ ਲੈ ਜਾਣਗੀਆਂ। ਬਿਲਕੁਲ। ਯੂਕਰੇਨ ਵਾਲਿਆਂ ਦੀ ਵੀ ਸੀਕ੍ਰੇਟ ਏਜੰਸੀ ਹੈਗੀ ਹੈ, ਰਸ਼ੀਆ ਵਾਲਿਆਂ ਦੀ ਕੋਲ, ਹਰ ਦੇਸ਼ ਦੇ ਕੋਲ ਹੈਗੀਆਂ। ਪਰ ਤੁਸੀਂ ਇਹ ਦੇਖੋ ਕਿ ਉਸ ਬੰਦੇ ਦੀ ਕਿੰਨੀ ਮਜਬੂਰੀ ਹੋਗੀ ਕਿ ਇਸ ਲੈਵਲ ਤੇ ਉਹਨੂੰ ਸਿੱਟਿਆ ਹੈ US ਵਾਲਿਆਂ ਨੇ ਵੀ ਉਹਨੇ ਤਾਂ ਕਹਿ ਦਿੱਤਾ। ਉਹਦੀ ਸਰਕਾਰ ਦੀ ਵੀ ਕੀ ਮਜਬੂਰੀ ਆ ਵੀ ਜਿਹਦੇ ਵਿੱਚੋਂ ਕੋਈ ਵੀ ਬੰਦਾ, ਕਿਉਂਕਿ ਜਿੰਨੀ ਵੀ ਆਪੋਜੀਸ਼ਨ ਆ ਉਹ ਜੇਲ੍ਹ 'ਚ ਦਿੱਤੀ ਹੈ ਜ਼ੈਲੈਂਸਕੀ ਨੇ, ਕੋਈ ਵੀ ਬੰਦਾ ਬਾਹਰ ਨਹੀਂ ਬੈਠਾ। ਨਾਰਮਲੀ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਇਸ ਗੱਲ ਤੇ ਹੰਗਾਮਾ ਮਚ ਜਾਊਗਾ ਜੇ ਨਰਿੰਦਰ ਮੋਦੀ ਨੇ ਸਾਰੀ ਆਪੋਜੀਸ਼ਨ ਜੇਲ੍ਹ 'ਚ ਦਿੱਤੀ ਹੋਈ। ਮਿਸਿਸ ਗਾਂਧੀ ਨੇ 1975 'ਚ ਦਿੱਤੀ ਸੀ। ਅੱਜ ਤਾਈਂ ਲੋਕੀ ਯਾਦ ਕਰਦੇ ਆ ਉਹ ਗੱਲਾਂ, ਮੁੜ ਕੇ ਦੁਹਰਾਉਂਦੇ ਆ ਕਿ ਦੇਖੋ ਇਹਨਾਂ ਨੇ ਕੀ ਕਰ ਦਿੱਤਾ ਸੀ, ਇਹਨਾਂ ਨੇ ਡੈਮੋਕ੍ਰੇਸੀ ਦਾ ਕਤਲ ਕਰ ਦਿੱਤਾ। ਜ਼ੈਲੈਂਸਕੀ ਨੇ ਸਾਰੀ ਦੀ ਸਾਰੀ ਆਪੋਜੀਸ਼ਨ ਜਿੱਤ ਦਿੱਤੀ ਹੈ। ਇਲੈਕਸ਼ਨ ਉੱਥੇ ਹੋਣੀਆਂ ਅਗਲੇ ਸਾਲ, ਉਹ ਵੀ ਨਹੀਂ ਹੋਣੀਆਂ ਜੀ। ਤੇ ਉਹ ਓਪਨਲੀ ਐਡਮਿਟ ਕਰ ਰਿਹਾ ਕਿ ਮੈਂ CIA ਤੋਂ ਕੋਈ ਵੀ ਗੱਲ ਲੁਕਾਉਂਦਾ ਨਹੀਂ ਹੈ। ਤੁਸੀਂ ਦੇਖ ਲਓ ਵੀ ਉਸ ਬੰਦੇ ਦਾ ਕੀ ਹਾਲ ਹੋਊਗਾ, ਉਸ ਦੇਸ਼ ਦਾ ਕੀ ਹਾਲ ਹੋਊਗਾ ਜਿਹੜਾ ਮੰਨ ਰਿਹਾ। ਸਾਡਾ ਪ੍ਰਾਈਮ ਮਿਨਿਸਟਰ ਮੰਨ ਜਾਵੇ ਵੀ ਮੈਂ CIA ਤੋਂ ਕੋਈ ਗੱਲ ਨਹੀਂ ਲੁਕਾਉਂਦਾ, ਦੂਸਰੇ ਦਿਨ ਉਹਦੇ ਖਿਲਾਫ ਬੇਭਰੋਸਗੀ ਦਾ ਮਤਾ ਪੇਸ਼ ਹੋਊਗਾ। ਕਿਉਂਕਿ ਅਜੇ ਤੱਕ ਹਰ ਇੱਕ ਦੇਸ਼ ਵਾਲੇ ਇਹੀ ਚਾਹਣਗੇ ਵੀ ਅਸੀਂ ਤੈਨੂੰ ਇਲੈਕਟ ਕੀਤਾ ਹੈ, ਤੇਰੀ ਜੌਬ ਆ ਦੇਖਣ ਦੀ ਵੀ ਕੋਈ ਸਾਡੇ ਤੇ ਖੁਫੀਆ ਏਜੰਸੀ ਸਾਡੀਆਂ ਖੁਫੀਆ ਗੱਲਾਂ ਤਾਂ ਨਿਗਾਹ ਤਾਂ ਨਹੀਂ ਰੱਖ ਰਹੀ। ਪਰ ਤੂੰ ਜੇ ਖੁਦ ਹੀ ਦੱਸ ਰਿਹਾ ਤੇ ਫੇਰ ਤਾਂ ਤੈਨੂੰ ਫਾਹੇ ਲਾਉਣਾ ਚਾਹੀਦਾ, ਫਾਂਸੀ ਲਾਉਣਾ ਚਾਹੀਦਾ। ਬਿਲਕੁਲ ਬਿਲਕੁਲ। ਇੱਥੇ ਤਾਂ ਗੁਬਾਰਾ ਉੱਡਿਆ ਸੀਗਾ ਤੇ ਉਹਦੇ ਕਿੰਨਾ ਪੰਗਾ ਪਿਆ ਸੀਗਾ ਜੀ। ਹਾਲੇ ਤਾਂ ਇਹ ਨਹੀਂ ਪਤਾ ਲੱਗਾ ਵੀ ਗੁਬਾਰਾ ਕਿਹਦਾ ਸੀ ਕਿਹਦਾ ਨਹੀਂ, ਪਰ ਏਦਾਂ ਜੀ ਉਹ ਚੀਨ ਵਾਲਿਆਂ ਦਾ ਫਲਾ। ਅੱਜ ਕੱਲ ਦੇਖੋ ਇਸ ਯੁੱਗ ਦੇ ਵਿੱਚ 21ਵੀਂ ਸਦੀ ਦੇ ਵਿੱਚ
ਲੋਕੀ ਯਕੀਨ ਕਰ ਲੈਂਦੇ ਤੁਹਾਡਾ ਬਿਲਕੁਲ ਇਹ ਚੀਨ ਵਾਲਿਆਂ ਦਾ ਸੀ। ਹੁਣ ਕਦੇ ਸੁਣਿਆ ਵੀ ਉਹ ਚੀਨ ਵਾਲਿਆਂ ਦਾ ਸੀ ਜਾਂ ਨਹੀਂ? ਬਿਲਕੁਲ ਕਿਸੇ ਨੇ ਦੱਸਿਆ ਵੀ ਉਹ ਕਿਹੜੇ ਦੇਸ਼ ਦਾ ਕਿਹੜੇ ਦੇਸ਼ ਦਾ ਸੀ, ਪਰ ਰੌਲਾ ਤਾਂ ਪੈ ਗਿਆ ਨਾ। ਪੈ ਗਿਆ ਜੀ। ਤੇ ਉੱਥੇ ਜ਼ੈਲੈਂਸਕੀ ਦੇ ਇਸ ਬਿਆਨ ਤੇ ਉਹਨਾਂ ਦੀ ਕਮ ਸੇ ਕਮ ਸਰਕਾਰ ਦੇ ਕਿਸੇ ਵੀ ਬੰਦੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਚੁੱਪ ਬੈਠੇ ਆ ਸਾਰੇ। ਬਿਲਕੁਲ ਦੇਖੋ, ਇੱਕ ਤਾਂ ਲੜਾਈ ਕਰਾ ਰਿਹਾ ਇਹਨਾਂ ਦੇ ਕੋਲੋਂ, ਫੇਰ ਉਹਨਾਂ ਨੂੰ ਬੋਲਣ ਨਹੀਂ ਦੇਣਾ ਵੀ ਤੁਸੀਂ ਕੋਈ ਗੱਲ ਨਹੀਂ ਕਹਿਣੀ, ਕਿਉਂਕਿ ਪੈਸੇ ਤਾਂ ਅਸੀਂ ਦੇ ਰਹੇ ਹਾਂ, ਹਥਿਆਰ ਅਸੀਂ ਦੇ ਰਹੇ ਹਾਂ। ਬਿਲਕੁਲ ਮਰ ਰਹੇ ਆ ਤੁਸੀਂ, ਉਹ ਜੁਦੀ ਗੱਲ ਹੈ। ਮਰਨ ਲਈ ਉਹ ਨੱਖੇ ਆ, ਪਰ ਹਥਿਆਰ ਅਸੀਂ ਦਿੰਨੇ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਚਲੋ, ਸੋ ਸਾਡੇ ਅੱਜ ਦੇ ਵਿਚਾਰ ਦਾ ਸਮਾਂ ਅੱਜ ਦਾ ਵਿਚਾਰ ਲੈ ਕੇ ਆਉਣੇ ਜੀ। ਸੋ ਡਾਕਟਰ ਸਾਹਿਬ, ਅੱਜ ਦਾ ਵਿਚਾਰ ਸਾਡਾ ਹੈ ਜੀ ਕਿ ਸਭ ਨੇ ਆਪਣੀ ਹੰਝੂ ਮਾਲਾ ਕਲਮ ਕੱਲਿਆਂ ਜਪਣੀਏ, ਕੰਧਾਂ ਭਾਵੇਂ ਸਾਂਝੀਆਂ ਹੋਣ, ਪੀੜ ਤੇ ਆਪਣੀ ਆਪਣੀ ਏ। ਬੈਠਕ ਦੇ ਨਾ ਪਰਦੇ ਵੇਖੀ, ਵੇਖੀ ਬਾਵਰਚੀ ਖਾਨੇ ਨੂੰ। ਬੈਠਕ ਦੇ ਨਾ ਪਰਦੇ ਵੇਖੀ, ਵੇਖੀ ਬਾਵਰਚੀ ਖਾਨੇ ਨੂੰ। ਕਿਹੜੀ ਹਾਂਡੀ ਉੱਤੇ ਛੰਨੇ, ਕਿਹੜੀ ਉੱਤੇ ਚਪਣੀ ਏ, ਕਿਹੜੀ ਉੱਤੇ ਚਪਣੀ ਏ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ। ਥੈਂਕ ਯੂ। ਸੋ ਜੇਕਰ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਬਾਰੇ ਕੋਈ ਵਿਚਾਰ ਦੇਣ ਦਾ ਤੁਹਾਡਾ ਮਨ ਹੈ ਤਾਂ ਜ਼ਰੂਰ, ਚੰਗਾ ਮਾੜਾ ਜਿਸ ਤਰ੍ਹਾਂ ਵੀ ਤੁਸੀਂ ਮਹਿਸੂਸ ਕਰਦੇ ਹੋ, ਸਾਡੇ ਜਿਹੜਾ ਫੇਸਬੁੱਕ ਦੇ ਉੱਪਰ ਪੇਜ ਹੈ ਰੇਡੀਓ ਇੰਡੀਆ, ਉੱਥੇ ਜਾ ਕੇ ਤੁਸੀਂ ਆਪਣਾ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ। ਜੇ ਤੁਹਾਨੂੰ ਕੋਈ ਕਿਤੇ ਕਮੀ ਲੱਗਦੀ ਹੈ ਤਾਂ ਤੁਸੀਂ ਉਹ ਵੀ ਦੱਸਿਆ ਕਰੋ ਕਿ ਕਿਸ ਤਰ੍ਹਾਂ ਤੁਸੀਂ ਹੋਰ ਇਹਦੇ ਵਿੱਚ ਕੋਈ ਕੰਟੈਂਟ ਕਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ। ਤੇ ਸੋ ਇਸ ਕਰਕੇ ਸਾਡੇ ਨਾਲ ਜੁੜੇ ਰਿਹਾ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ।